आगे सर एडमिट जी सर। हाँ जी हाँ मैम, हाँ जी हाँ। जी 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 ठीक है, अरे स्क्रीन शेयर कर लो। हाँ स्क्रीन शेयरिंग में चेक कर लेना हम दोनों। जी 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 बिल्कुल विजिबल मैम? बिल्कुल बिल्कुल राइट विजिबल ब्लैंक का जी। हाँ कोई नहीं ब्लू कलर दियो, इत्थों ही स्टार्ट कर देना मैं, फिर अगली आएगी। मैं पीछे राइट कर दूंगा, इत्थों स्टार्ट होएगा ना मेरा। बस ठीक है जी। हाँ जी, इत्थों पीछे कर लेना मैं। जी ਤੇ ਹੁਣ मैं एडमिट कर ਦਾਂ जी। देखो ਤੁਸੀਂ कितना टाइम हो गया, पहले तो 55 ਹੋਏ मैम। हाँ जी मैं कोई ਇਹਨਾਂ ਨੂੰ ਐਂਟਰ ਕਰਦੇ ਕਰਦੇ 5 ਮਿੰਟ ਲੱਗ ਜਾਂਦੇ ਮੈਂਬਰਸ ਨੂੰ। हाँ जी करो ਤੁਸੀਂ एंटर, कोई नहीं बस करो। ठीक है जी। मैं इधर साइलेंट है, बस अपना उधर ना बस अपना म्यूट अनम्यूट वाला जरूर एक चेक करते रहियो, ठीक है जी। हाँ हाँ बाकी वो मैं चेक कर दूंगा, वो बिल्कुल तुसी बिल्कुल। बस ठीक राइट है जी, ठीक है सर जी। ओके जी गुड लो लक। जी ओके। Sir, good afternoon. Good afternoon, good afternoon. Let the other participants to join, then I will start. Yes, sir. नहीं Hello. ओके सर जी। Yes, yes. यस Good afternoon, participants. I'm Rakesh Dalla from Government ITI Mohali, Department of Technical Education and Industrial Training, Punjab. ਅੱਜ ਦਾ ਜਿਹੜਾ ਮੇਰਾ ਲੈਕਚਰ ਹੈਗਾ ਆ, ਇਹ ਸਬਜੈਕਟ ਇੰਪਲੋਏਬਿਲਟੀ ਸਕਿੱਲਸ ਦੇ ਚੈਪਟਰ ਕੁਆਲਿਟੀ ਮੈਨੇਜਮੈਂਟ ਦੇ ਵਿੱਚੋਂ ਲਿਆ। ਅਸੀਂ ਪਿੱਛੇ ਸਟਾਰਟ ਕੀਤਾ ਸੀ ਆਪਣਾ ਕੁਆਲਿਟੀ ਮੈਨੇਜਮੈਂਟ ਚੈਪਟਰ, ਉਹਦੇ ਵਿੱਚ ਕੁਝ ਬੱਚੇ ਮੇਰੇ ਜਿਹੜੇ ਹੈਗੇ ਜਾਂ ਪਾਰਟਿਸਪੈਂਟਸ ਜਿਹੜੇ ਹੈਗੇ ਆ ਉਹ ਰਹਿ ਗਏ ਸੀ, ਜਿਹਨਾਂ ਕੋਲੋਂ ਪੂਰੀ ਤਰ੍ਹਾਂ ਕਲਾਸ ਅਟੈਂਡ ਨਹੀਂ ਹੋਈ ਸੀ। ਇਸ ਕਰਕੇ ਕਾਫੀ ਰਿਕੁਐਸਟ ਆਈ ਸੀਗੀ ਕਿ ਇਹ ਜਿਹੜਾ ਚੈਪਟਰ ਹੈਗਾ ਆ, ਇਹ ਜਿਹੜੇ ਟੌਪਿਕ ਮੈਂ ਕਵਰ ਕੀਤੇ ਨੇ ਪਿਛਲੇ 2 ਲੈਕਚਰਸ ਦੇ ਵਿੱਚ, ਉਹਨਾਂ ਨੂੰ ਰਿਪੀਟ ਕੀਤਾ ਜਾਵੇ। ਸੋ ਮੈਂ ਇੱਕ ਕਲੱਬ ਕਰਕੇ ਤੁਹਾਡੇ ਲਈ ਲੈਕਚਰ ਅੱਜ ਦਾ ਤਿਆਰ ਕਰਕੇ ਲੈ ਕੇ ਆਇਆ, ਤਾਂ ਜੋ ਮੇਰੇ ਕੋਈ ਵੀ ਪਾਰਟਿਸਪੈਂਟਸ ਜਿਹੜੇ ਹੈਗੇ ਆ ਉਹ ਉਹਨਾਂ ਦਾ ਲੈਕਚਰ ਜਿਹੜੇ ਪਿੱਛੇ ਹੋਏ ਨੇ ਉਸ ਤੋਂ ਵਾਂਝੇ ਨਾ ਰਹਿ ਜਾਣ। ਸੋ ਕੁਆਲਿਟੀ ਮੈਨੇਜਮੈਂਟ ਅੱਜ ਅਸੀਂ ਦੁਬਾਰਾ ਸਟਾਰਟ ਕਰਨਾ ਆ। ਪਹਿਲਾਂ ਆਪਾਂ ਦੇਖ ਲਈਏ ਅੱਗੇ ਚੱਲਣ ਤੋਂ ਕਿ ਇਸ ਟੌਪਿਕ ਦੇ ਇਸ ਲੈਕਚਰ ਦੇ ਮੇਰੇ ਲਰਨਿੰਗ ਆਬਜੈਕਟਿਵਸ ਕੀ ਰਹਿਣੇ ਨੇ। ਸਭ ਤੋਂ ਪਹਿਲਾਂ ਐਕਸਪਲੇਨ ਦੀ ਮੀਨਿੰਗ ਆਫ ਕੁਆਲਿਟੀ ਐਂਡ ਇਟਸ ਇੰਪੈਕਟ। ਇਸ ਲੈਕਚਰ ਦੇ ਵਿੱਚ ਅਸੀਂ ਪੜਾਂਗੇ ਕਿ ਕੁਆਲਿਟੀ ਦਾ ਮੀਨਿੰਗ ਕੀ ਹੈਗਾ,
ਨੀਡ ਆਫ ਕੁਆਲਿਟੀ ਉਹਨੂੰ ਅੰਡਰਸਟੈਂਡ ਕਰਾਂਗੇ। ਰੋਲ ਆਫ ਕੁਆਲਿਟੀ ਕੀ ਹੈਗਾ ਕਿਸੇ ਆਰਗੇਨਾਈਜੇਸ਼ਨ ਦਾ ਗੋਲ ਅਚੀਵ ਕਰਨ ਦੇ ਵਿੱਚ। ਡਾਇਮੈਂਸ਼ਨਸ ਆਫ ਕੁਆਲਿਟੀ ਜਿਹੜੇ ਕਸਟਮਰਸ ਨੇ ਉਹ ਕੁਆਲਿਟੀ ਨੂੰ ਕਿਸ ਤਰੀਕੇ ਦੇ ਨਾਲ ਮੈਜ਼ਰ ਕਰਦੇ ਨੇ। ਕਰੈਕਟਰਿਸਟਿਕਸ ਆਫ ਕੁਆਲਿਟੀ ਡਿਜ਼ਾਈਨ ਆਪਾਂ ਡਿਸਕਸ ਕਰਾਂਗੇ। ਦੈਨ ਇੰਪੋਰਟੈਂਸ ਆਫ ਕੁਆਲਿਟੀ ਟੂਲਸ ਇਨ ਐਨ ਇੰਡਸਟਰੀ ਕਿ ਕੁਆਲਿਟੀ ਟੂਲਸ ਦੀ ਇੰਡਸਟਰੀ ਦੇ ਵਿੱਚ ਇੰਪੋਰਟੈਂਸ ਕੀ ਹੈਗੀ ਆ। ਔਰ ਅਸੀਂ ਅੰਡਰਸਟੈਂਡ ਕਰਾਂਗੇ ਜਾਂ ਮੇਰਾ ਜਿਹੜੇ ਪਾਰਟਿਸਿਪੈਂਟਸ ਹੈਗੇ ਆ ਇਸ ਲੈਕਚਰ ਤੋਂ ਬਾਅਦ ਉਹ ਅੰਡਰਸਟੈਂਡ ਕਰਨਗੇ ਕਿ ਕਨਸੈਪਟ ਆਫ ਕੁਆਲਿਟੀ ਟੂਲਸ ਕੀ ਹੈਗਾ। ਇਹ ਅੱਜ ਦੇ ਮੇਰੇ ਲਰਨਿੰਗ ਆਬਜੈਕਟਿਵਸ ਨੇ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਕਿ ਕੁਆਲਿਟੀ ਦੀ ਡੈਫੀਨੇਸ਼ਨ ਕੀ ਹੈ। ਸਭ ਤੋਂ ਪਹਿਲਾਂ ਆਪਾਂ ਅੰਡਰਸਟੈਂਡ ਕਰਦੇ ਹਾਂ ਕਿ ਕੁਆਲਿਟੀ ਦੀ ਡੈਫੀਨੇਸ਼ਨ ਕੀ ਹੈਗੀ ਆ। ਮੈਂ ਥੋੜੀਆਂ ਜਿਹੀਆਂ ਡੈਫੀਨੇਸ਼ਨਸ ਇੱਥੇ ਲਿਖੀਆਂ ਹੋਈਆਂ ਨੇ। ਜਿਵੇਂ ਮੈਂ ਆ ਨਾਮ ਲਿਖੇ ਨੇ ਜੇਮਸ ਜ਼ੁਰਾਨ, ਐਡਵਰਡ ਡੈਮਿੰਗ, ਫਿਲਿਪਸ ਕ੍ਰੌਸਬਾਏ ਐਂਡ ਆਕਸਫੋਰਡ। ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਉੱਪਰ ਵਾਲੇ ਨਾਮ ਮੈਂ ਲਿਖੇ ਹੋਏ ਆ, ਜੇਮਸ ਜ਼ੁਰਾਨ ਹੋ ਗਿਆ, ਐਡਵਰਡ ਡੈਮਿੰਗ ਹੋ ਗਿਆ, ਫਿਲਿਪਸ ਕ੍ਰੌਸਬਾਏ ਹੋ ਗਿਆ। ਇਹਨਾਂ ਨੂੰ ਕੁਆਲਿਟੀ ਗੁਰੂਜ਼ ਕਿਹਾ ਜਾਂਦਾ। ਇਹਨਾਂ ਨੇ ਕੁਆਲਿਟੀ ਨੂੰ ਆਪਣੇ ਤਰੀਕੇ ਦੇ ਨਾਲ ਡਿਫਾਈਨ ਕੀਤਾ ਸਾਰਿਆਂ ਨੇ। ਸਭ ਤੋਂ ਪਹਿਲਾਂ ਡਾਕਟਰ ਜੇਮਸ ਜ਼ੁਰਾਨ ਕਹਿੰਦੇ ਨੇ ਕੁਆਲਿਟੀ ਇਜ਼ ਫਿਟਨੈਸ ਟੂ ਯੂਜ਼, ਐਡਵਰਡ ਡੈਮਿੰਗ ਕਹਿੰਦੇ ਨੇ ਕਸਟਮਰਸ ਸੈਟਿਸਫੈਕਸ਼ਨ, ਫਿਲਿਪਸ ਕ੍ਰੌਸਬਾਏ ਕਹਿੰਦੇ ਨੇ ਟੂ ਫੁਲਫਿਲ ਕਸਟਮਰਸ ਰਿਕੁਆਇਰਮੈਂਟ। ਐਜ਼ ਫਾਰ ਆਕਸਫੋਰਡ ਜਿਹੜਾ ਕੁਆਲਿਟੀ ਨੂੰ ਡਿਫਾਈਨ ਕੀਤਾ ਗਿਆ ਦੈਟ ਇਜ਼ ਡਿਗਰੀ ਆਫ ਐਕਸੀਲੈਂਸ। ਸੋ ਮੈਂ ਪਹਿਲਾਂ ਜਿਹੜੀਆਂ ਡੈਫੀਨੇਸ਼ਨ ਬੋਲੀਆਂ ਨੇ ਮੈਂ ਸਾਰੀਆਂ ਇਹਨਾਂ ਨੂੰ ਮੈਂ ਜਸਟੀਫਾਈ ਕਰਦਾ ਇੱਕ ਐਗਜ਼ਾਮਪਲ ਦੇ ਕੇ ਵੀ ਕਿਵੇਂ ਇਹ ਜਸਟੀਫਾਈ ਹੁੰਦੀਆਂ ਨੇ ਤਿੰਨੋਂ। ਸੇ ਮੈਂ ਮਾਰਕੀਟ ਦੇ ਵਿੱਚੋਂ ਕੋਈ ਪੈਨ ਲੈਣ ਚਲੇ ਗਿਆ। ਹੁਣ ਪੈਨ ਦੀ ਜਿਹੜੀ ਕੀਮਤ ਹੈਗੀ ਆ 20 ਰੁਪਏ, 50 ਰੁਪਏ, 100 ਰੁਪਏ, 500 ਰੁਪਏ, 1000 ਰੁਪਇਆ ਵੀ ਹੋ ਸਕਦੀ ਆ। ਮੈਂ ਕਿਸੇ ਦੋ ਬੰਦਿਆਂ ਨੂੰ ਇਹ ਗਿਫਟ ਕਰਨੇ ਨੇ ਪੈਨ। ਮੈਂ ਦੋ ਗਿਫਟ ਪੈਨ ਖਰੀਦ ਲਏ। ਇੱਕ ਮੈਂ 50 ਰੁਪੀਜ਼ ਵਾਲਾ ਪੈਨ ਲੈ ਲਿਆ, ਇੱਕ ਮੈਂ ਪੈਨ ਲੈ ਲਿਆ 500 ਰੁਪਏ ਵਾਲਾ। ਹੁਣ ਜਿਹੜਾ 500 ਰੁਪਏ ਵਾਲਾ ਪੈਨ ਸੀ ਉਹ ਮੈਂ ਕਿਸੇ ਆਥਰ ਨੂੰ ਦੇਤਾ, ਰਾਈਟਰ ਨੂੰ ਦੇਤਾ ਜਿਹਨੇ ਰੋਜ਼ ਡੇਲੀ ਕਿੰਨੇ ਸਕ੍ਰਿਪਟ ਲਿਖਣੇ ਹੁੰਦੇ ਨੇ। ਸੋ ਇੱਕ ਮੈਂ ਦੇਤਾ ਕਿਸੇ ਆਫੀਸਰ ਨੂੰ ਜਿਹਨੇ ਰੋਜ਼ ਸਿਰਫ ਸਿਗਨੇਚਰ ਕਰਨੇ ਨੇ, ਜ਼ਿਆਦਾ ਲਿਖਣ ਦਾ ਜਿਹਦਾ ਕੰਮ ਨਹੀਂ ਹੈਗਾ। ਪਰ ਮੇਰੇ ਦੋਨਾਂ ਨੂੰ ਮੈਂ ਗਿਫਟ ਜਿਹੜੇ ਦੇ ਦਿੱਤੇ, 50 ਰੁਪਏ ਵਾਲਾ ਮੈਂ ਰਾਈਟਰ ਨੂੰ ਦੇ ਦਿੱਤਾ ਸੀ ਔਰ ਜਿਹੜਾ ਮੇਰਾ ਜਿਹੜਾ ਕਾਸਟਲੀ ਪੈਨ ਸੀ, ਸੌਰੀ, ਜਿਹੜਾ 500 ਰੁਪਏ ਵਾਲਾ ਮੇਰਾ ਪੈਨ ਸੀਗਾ ਉਹ ਮੈਂ ਰਾਈਟਰ ਨੂੰ ਦੇ ਦਿੱਤਾ। ਜਿਹੜਾ 50 ਰੁਪੀਜ਼ ਵਾਲਾ ਪੈਨ ਸੀ ਮੈਂ ਕਿਸੇ ਆਫੀਸਰ ਨੂੰ ਦੇ ਦਿੱਤਾ। ਉਹ ਦੋਨੋਂ ਅਨਹੈਪੀ ਹੋਏ। ਜਦੋਂ ਮੈਂ ਪੁੱਛਿਆ ਵੀ ਤੁਸੀਂ ਖੁਸ਼ ਕਿਉਂ ਨਹੀਂ ਆ ਮੇਰੇ ਗਿਫਟ ਤੋਂ, ਤੇ ਮੈਨੂੰ ਰਾਈਟਰ ਦੇ ਵੱਲੋਂ ਜਵਾਬ ਮਿਲਿਆ ਜੀ ਜਿਹੜਾ ਤੁਸੀਂ ਮੈਨੂੰ ਪੈਨ ਦਿੱਤਾ ਹੈ ਉਹਦੀ ਤਾਂ ਫਲੋ ਅੱਛਾ ਨਹੀਂ ਹੈਗਾ, ਉਹ ਵਧੀਆ ਨਹੀਂ ਲਿਖਦਾ ਹੈਗਾ। ਜਦੋਂ ਮੈਂ ਲਿਖਦਾ ਉਹਦੀ ਗ੍ਰਿਪ ਨਹੀਂ ਆ, ਹੱਥ ਦੇ ਵਿੱਚੋਂ ਸਲਿਪ ਕਰਦਾ। ਔਰ ਮੈਂ ਜ਼ਿਲ੍ਹੇ ਆਫੀਸਰ ਕੋਲੋਂ ਪੁੱਛਿਆ ਤੁਸੀਂ ਸੈਟੀਸਫਾਈਡ ਕਿਉਂ ਨਹੀਂ ਹੈਗੇ, ਤੁਸੀਂ ਮੇਰੇ ਗਿਫਟ ਤੋਂ ਖੁਸ਼ ਕਿਉਂ ਨਹੀਂ ਹੋਏ, ਤੇ ਉਹਨੇ ਕਿਹਾ ਵੀ ਮੈਨੂੰ ਤਾਂ ਉਹ ਪੈਨ ਚਾਹੀਦਾ ਸੀ ਜਿਹੜਾ ਮੇਰੇ ਪਾਕਟ ਤੇ ਲਗਾਇਆ ਹੋਇਆ ਚੰਗਾ ਲੱਗੇ, ਇਹ ਤਾਂ ਪਾਕਟ ਤੇ ਲਗਾਇਆ ਹੋਇਆ ਚੰਗਾ ਹੀ ਨਹੀਂ ਲੱਗਦਾ। ਫਿਰ ਮੈਂ ਦੋਨਾਂ ਦੇ ਜਿਹੜੇ ਪੈਨ ਸੀਗੇ 500 ਰੁਪਏ ਵਾਲਾ ਪੈਨ ਮੈਂ ਆਫੀਸਰ ਨੂੰ ਦੇ ਦਿੱਤਾ ਔਰ 50 ਰੁਪਏ ਵਾਲਾ ਪੈਨ ਮੈਂ ਚੱਕ ਕੇ ਰਾਈਟਰ ਨੂੰ ਦੇ ਦਿੱਤਾ। ਹੁਣ ਦੋਨਾਂ ਨੇ ਜਿਹੜੇ ਲਿਖਿਆ, ਰਾਈਟਰ ਦੀ ਆਪਣੀ ਰਿਕੁਆਇਰਮੈਂਟ ਸੀ ਕਿ ਇਹਦਾ ਫਲੋ ਵਧੀਆ ਹੋਣਾ ਚਾਹੀਦਾ, ਇਹਦੀ ਗ੍ਰਿਪ ਅੱਛੀ ਹੋਣੀ ਚਾਹੀਦੀ ਆ। ਆਈਐਸ ਆਫੀਸਰ ਦਾ ਜਾਂ ਆਫੀਸਰ ਦਾ ਰਿਕੁਆਇਰਮੈਂਟ ਜਿਹੜੀ ਸੀ ਉਹਦੀ ਪਾਕਟ ਤੇ ਲਗਾਇਆ ਹੋਇਆ ਅੱਛਾ ਲੱਗਣਾ ਚਾਹੀਦਾ, ਉਹਦੀ ਆਪਣੀ ਰਿਕੁਆਇਰਮੈਂਟ ਪੂਰੀ ਹੋ ਗਈ। ਹੁਣ ਦੇਖੋ ਮੈਂ ਦੋਨਾਂ ਕਸਟਮਰਸ ਨੂੰ ਖੁਸ਼ ਕਰਦਾ, ਦੋਨੋਂ ਫਰੈਂਡਸ ਨੂੰ ਖੁਸ਼ ਕਰ ਦਿੱਤਾ। ਕਿਉਂ ਖੁਸ਼ ਕਰ ਦਿੱਤਾ? ਕਿਉਂਕਿ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਹੋ ਗਈ। ਹੁਣ ਪਹਿਲੇ ਨੰਬਰ ਤੇ ਜ਼ੁਰਾਨ ਕੀ ਕਹਿੰਦੇ ਸੀਗੇ, ਕੁਆਲਿਟੀ ਇਜ਼ ਫਿਟਨੈਸ ਟੂ ਯੂਜ਼। ਫਿਟਨੈਸ ਟੂ ਯੂਜ਼ ਜਿਹੜੀ ਚੀਜ਼ ਜਿਹੜਾ ਕੰਪੋਨੈਂਟ ਬੰਦੇ ਨੂੰ ਯੂਜ਼ ਕਰਨ ਚ ਫਿਟ ਲੱਗਦਾ ਪਿਆ ਦੈਟ ਇਜ਼ ਦੀ ਕੁਆਲਿਟੀ। ਕਸਟਮਰ ਜਿੱਥੇ ਸੈਟੀਸਫਾਈ ਹੋ ਜਾਵੇ, ਹੁਣ ਦੋਨਾਂ ਨੂੰ ਮੈਂ ਸੈਟੀਸਫਾਈ ਕਰ ਦਿੱਤਾ ਆਪਣਾ ਆਪਣਾ ਪੈਨ ਦੇ ਕੇ। ਕਸਟਮਰਸ ਰਿਕੁਆਇਰਮੈਂਟ ਜਿੱਥੇ ਮੈਂ ਕਸਟਮਰ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਆ ਉਹਨਾਂ ਨੂੰ ਫੁੱਲਫਿਲ ਕਰਦਾ ਪਿਆ, ਰਾਈਟ। ਸੋ ਇਹ ਜਿਹੜੀ ਮੈਂ ਐਗਜ਼ਾਮਪਲ ਦਿੱਤੀ ਆ ਇਹ ਮੇਰੀਆਂ ਤਿੰਨੋਂ ਐਗਜ਼ਾਮਪਲਸ ਨੂੰ ਜਸਟੀਫਾਈ ਕਰਦੀ ਪਈ ਆ। ਕੁਆਲਿਟੀ ਇਜ਼ ਫਿਟਨੈਸ ਟੂ ਯੂਜ਼, ਕਸਟਮਰਸ ਸੈਟੀਸਫੈਕਸ਼ਨ ਟੂ ਫੁੱਲਫਿਲ ਕਸਟਮਰਸ ਰਿਕੁਆਇਰਮੈਂਟ ਐਂਡ ਡਿਗਰੀ ਆਫ ਐਕਸੀਲੈਂਸ। ਸਾਰਿਆਂ ਬੰਦਿਆਂ ਨੇ ਸਭ ਨੂੰ ਉਹ ਚੀਜ਼ ਐਕਸਲੈਂਟ ਲੱਗੇਗੀ ਜਿਹੜੀ ਉਹਨਾਂ ਨੂੰ ਸੈਟੀਸਫਾਈ ਕਰਦੀ ਪਈ ਹੈ, ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਨੂੰ ਫੁੱਲਫਿਲ ਕਰਦੀ ਪਈ ਹੈ। ਸੋ ਇਹ ਚਾਰੋਂ ਜਿਹੜੀਆਂ ਡੈਫੀਨੇਸ਼ਨਸ ਨੇ ਇਹ ਜਿਹੜੀਆਂ ਆ ਜਸਟੀਫਾਈ ਕਰਦੀਆਂ ਪਈਆਂ ਵੀ ਕਸਟਮਰ ਜਿਹੜਾ ਆ ਉਹ ਸੈਟੀਸਫਾਈ ਹੋਣਾ ਚਾਹੀਦਾ, ਉਹਨੂੰ ਹੀ ਆਪਾਂ ਕੁਆਲਿਟੀ ਕਹਿੰਦੇ ਹਾਂ। ਇੱਥੇ ਥੋੜਾ ਜਿਹਾ ਖਿਆਲ ਰੱਖਣਾ ਆ, ਕੁਆਲਿਟੀ ਦੇ ਕੋਈ ਗ੍ਰੇਡ ਨਹੀਂ ਹੁੰਦੇ। ਕੁਆਲਿਟੀ ਹੈਜ਼ ਨੋ ਗ੍ਰੇਡਸ। ਜਦ ਕਈ ਵਾਰੀ ਅਸੀਂ ਇਹ ਬੋਲਦੇ ਹਾਂ ਕਿ ਇਹ ਕੁਆਲਿਟੀ ਵਧੀਆ ਹੈ ਜੀ, ਇਹ ਕੁਆਲਿਟੀ ਘਟੀਆ ਹੈ, ਨਥਿੰਗ ਲਾਈਕ ਦੈਟ। ਕੁਆਲਿਟੀ ਪ੍ਰੋਡਕਟ ਇਜ਼ ਅਸੈਪਟੇਬਲ, ਜਾਂ ਕੁਆਲਿਟੀ ਅਸੈਪਟ ਹੋਏਗੀ ਜਾਂ ਰਿਜੈਕਟ ਹੋਏਗੀ, ਜਾਂ ਯੈਸ ਆ ਜਾਂ ਨੋ ਆ, ਕਦੀ ਵੀ ਇਹਦੇ ਚ ਗ੍ਰੇਡ ਨਹੀਂ ਹੋਣੇ। ਜਿੱਥੇ ਅਸੀਂ ਕਸਟਮਰ ਨੂੰ ਸੈਟੀਸਫਾਈ ਕਰ ਦਿੱਤਾ ਉੱਥੇ ਕੁਆਲਿਟੀ ਫੁੱਲਫਿਲ ਹੋ ਗਈ।
ਨੈਕਸਟ ਮੈਂ ਐਕਸਪਲੇਨ ਕਰਦਾ ਇੱਕ ISO ਹੈਗਾ। ISO ਦੀ ਫੁੱਲ ਫਾਰਮ ਤੁਸੀਂ ਸਾਰਿਆਂ ਨੇ ਆਪਣੇ ਮਨ 'ਚ ਰੱਖਣੀ ਹੈ, ਦੈਟ ਇਜ਼ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਸਟੈਂਡਰਡਾਈਜੇਸ਼ਨ। ਅੱਗੇ ਜਾ ਕੇ ਮੈਂ ਡਿਟੇਲ ਦੇ ਵਿੱਚ ਇਸੇ ਚੈਪਟਰ 'ਚ ਐਕਸਪਲੇਨ ਕਰਾਂਗਾ। ISO ਦੇ ਹਿਸਾਬ ਨਾਲ ਕੁਆਲਿਟੀ ਨੂੰ ਡਿਫਾਈਨ ਕੀਤਾ ਗਿਆ Q is equal to P/E। Here Q stands for quality, P stands for performance, E stands for expectations, right? ਹੁਣ P performance, ਜਦੋਂ ਵੀ P ਕੀ ਹੈ performance, E ਕੀ ਹੈ expectations। ਮੇਰੀਆਂ expectations ਕਿਦੋਂ ਆ? ਜਦੋਂ performance ਮੇਰੀ expectations ਤੋਂ ਵੱਧ ਜਾਵੇ। ਸੇ ਮੈਂ ਕੋਈ ਚੀਜ਼ ਮਾਰਕੀਟ ਦੇ ਵਿੱਚੋਂ ਮੋਬਾਈਲ ਲੈਣ ਗਿਆ 10,000 ਰੁਪਏ ਦਾ, ਮੈਂ ਚਾਹੁੰਦਾ ਸੀਗਾ ਵੀ ਇਹਦਾ ਜਿਹੜਾ ਅੱਗੇ ਇੱਕ ਕੈਮਰਾ ਲੱਗੇ ਹੋਵੇ ਉਹ ਇੰਨੇ ਮੈਗਾਪਿਕਸਲ ਦਾ ਹੋਵੇ, ਪਿੱਛੇ ਮੇਰੇ ਪੈ 2 ਕੈਮਰੇ ਲੱਗੇ ਹੋਣੇ ਇੰਨਾ ਮੈਗਾਪਿਕਸਲ ਦਾ ਹੋਵੇ, ਮੈਮਰੀ ਇਹਦੀ ਇੰਨੀ ਹੋਵੇ, ਫੀਚਰਸ ਇਹਦੇ 'ਚ ਹੋਣ। ਜਦੋਂ ਮੈਂ ਮਾਰਕੀਟ ਦੇ ਵਿੱਚੋਂ ਮੋਬਾਈਲ ਖਰੀਦਣ ਚਲੇ ਗਿਆ ਤੇ ਮੈਨੂੰ ਉਹੋ ਹੀ 10,000 ਦੇ ਵਿੱਚ ਮੈਨੂੰ ਫੀਚਰਸ ਜਿਹੜੇ ਸੀ ਉਹਦੇ ਨਾਲੋਂ ਜ਼ਿਆਦਾ ਵਧੀਆ ਮਿਲ ਗਏ। ਹੁਣ ਮੇਰੀ ਜਿਹੜੀ ਐਕਸਪੈਕਟੇਸ਼ਨ ਸੀ ਉਹਦੇ ਨਾਲੋਂ ਮੈਨੂੰ ਪਰਫਾਰਮੈਂਸ ਜ਼ਿਆਦਾ ਮਿਲ ਗਈ। ਹੁਣ ਪਰਫਾਰਮੈਂਸ ਮੰਨ ਲਓ ਮੈਂ ਚਾਹੁੰਦਾ ਸੀਗਾ ਵੀ ਮੈਨੂੰ 512 GB ਦਾ ਮੋਬਾਈਲ ਲੈਣਾ, ਮੈਨੂੰ ਉਹ ਮਿਲ ਗਿਆ 512 ਨਾਲੋਂ ਡਬਲ ਦਾ ਮਿਲ ਗਿਆ। ਫਿਰ ਮੈਂ ਕੀ ਕਰਾਂਗਾ, ਸੇ 256 ਦਾ ਲੈਣਾ ਜਾਂ 512 ਦਾ ਮਿਲ ਗਿਆ। ਹੁਣ ਪਰਫਾਰਮੈਂਸ ਕਿੰਨੀ ਸੀਗੀ? 256। ਐਕਸਪੈਕਟੇਸ਼ਨਸ ਕਿੰਨੀ ਸੀ? 156। ਹੁਣ 252 ਨੂੰ ਜਦੋਂ 252 ਨੂੰ ਮੈਂ 156 ਨਾਲ ਡਿਵਾਈਡ ਕੀਤਾ ਤੇ 2 ਵੈਲਿਊ ਆ ਗਈ, Q ਦੀ ਵੈਲਿਊ 2 ਆ ਗਈ। ਜਦੋਂ ਵੀ Q ਦੀ ਵੈਲਿਊ 1 ਤੋਂ ਉੱਪਰ ਚਲੇ ਜਾਏਗੀ ਕਸਟਮਰ ਦੇ ਹਿਸਾਬ ਨਾਲ ਉਹ ਕੁਆਲਿਟੀ ਵਧੀਆ ਹੋਏਗੀ। ਸੋ ਹੁਣ ਪੇਪਰ ਦੇ ਵਿੱਚ ਆ ਸਕਦਾ ਕੋਈ ਵੀ ਤੁਹਾਨੂੰ ਡੈਫੀਨੇਸ਼ਨ ਜੇਮਸ ਦੁਰਾਨ ਨੇ ਕਿਹੜੇ ਤਰੀਕੇ ਨਾਲ ਡਿਫਾਈਨ ਕੀਤਾ, ਐਡਵਰਡ ਡੈਮਿੰਗ ਨੇ ਕਿਹੜੇ ਤਰੀਕੇ ਨਾਲ ਡਿਫਾਈਨ ਕੀਤਾ, ਔਰ ਫਿਲਿਪਸ ਕ੍ਰੋਸਫਾਇਰ ਨੇ ਕਿਹੜੇ ਤਰੀਕੇ ਨਾਲ ਡਿਫਾਈਨ ਕੀਤਾ, ਆਕਸਫੋਰਡ ਕੁਆਲਿਟੀ ਨੂੰ ਕਿਵੇਂ ਡਿਫਾਈਨ ਕਰਦਾ ਪਿਆ, ਔਰ ISO ਦੇ ਵਿੱਚ ਜਿਹੜਾ ਆ ਕੁਆਲਿਟੀ ਨੂੰ ਕਿਵੇਂ ਡਿਫਾਈਨ ਕੀਤਾ ਗਿਆ। ਉਹਦੇ 'ਚ ਇਕੁਏਸ਼ਨ ਆ ਸਕਦੀ ਜਾਂ P ਪੁੱਛਿਆ ਜਾ ਸਕਦਾ, P ਸਟੈਂਡਸ ਫॉर व्हाट, E ਸਟੈਂਡਸ फॉर व्हाट, Q ਸਟੈਂਡਸ फॉर व्हाट। ਔਰ ਕਦੋਂ ਸੈਟੀਸਫਾਈ ਹੋਏਗਾ ਕਸਟਮਰ? ਜਦੋਂ ਉਹਦੀ ਵੈਲਿਊ ਜਿਹੜੀ ਆ Q ਦੀ 1 ਤੋਂ ਉੱਪਰ ਆ ਜਾਏਗੀ ਉਦੋਂ ਉਹ ਸੈਟੀਸਫਾਈਡ ਹੋ ਜਾਏਗਾ। ਸੋ ਥੀਸ ਆਰ ਦੀ ਡੈਫੀਨੇਸ਼ਨਸ ਆਫ ਕੁਆਲਿਟੀ। ਇਹ ਸਾਰਿਆਂ ਨੇ ਜਿਹੜਾ ਹੈਗਾ ਆ ਉਹ ਲਰਨ ਕਰਨੀ ਆ, ਔਰ ਇਹਦੇ ਨਾਲ ਕੁਆਲਿਟੀ ਗੁਰੂਜ਼ ਦੇ ਨੇਮ ਵੀ ਜਿਹੜੇ ਆ ਉਹ ਲਰਨ ਕਰਨੇ ਸਾਰਿਆਂ ਨੇ। ਹੁਣ ਕੁਆਲਿਟੀ ਦੀ ਜ਼ਰੂਰਤ ਕਿਉਂ ਆ? ਗਲੋਬਲ ਮਾਰਕੀਟ ਦੇ ਵਿੱਚ ਸਟੈਂਡ ਕਰਨ ਦੇ ਲਈ ਸਾਨੂੰ ਕੁਆਲਿਟੀ ਦੀ ਜ਼ਰੂਰਤ ਆ। ਕਿਸੇ ਇੰਡਸਟਰੀ ਨੂੰ ਜ਼ਰੂਰਤ ਪੈਂਦੀ ਆ ਤਾਂ ਜੋ ਗਲੋਬਲ ਮਾਰਕੀਟ ਦੇ ਵਿੱਚ ਸਟੈਂਡ ਕਰ ਸਕਣ। ਇਸ ਤੋਂ ਇਲਾਵਾ ਜੇ ਕੋਈ ਇੰਡਸਟਰੀ ਕੰਸਿਸਟੈਂਟ ਕੁਆਲਿਟੀ ਪ੍ਰੋਡਕਟ ਮਾਰਕੀਟ ਦੇ ਵਿੱਚ ਫਲੋਟ ਕਰਦਾ ਪਿਆ, ਆਪਣੇ ਕਸਟਮਰ ਨੂੰ ਦੇ ਰਿਹਾ, ਕੰਸਿਸਟੈਂਟ ਦਾ ਕੀ ਮਤਲਬ ਆ? ਹਰ ਵਾਰ ਇੱਕੋ ਜਿਹਾ ਸਮਾਨ ਦੇਣਾ, ਮੀਨਸ ਉਹਦੇ ਵਿੱਚ ਕੋਈ ਡੇਵੀਏਸ਼ਨਸ ਨਾ ਹੋਣ, ਡਿਫਰੈਂਸ ਨਾ ਹੋਣ ਡਾਇਮੈਂਸ਼ਨਸ ਦੇ ਵਿੱਚ, ਨਾ ਉਹਦੀ ਕਿਸੇ ਵੀ ਤਰੀਕੇ ਨਾਲ ਕੋਈ ਡਿਫਰੈਂਸ ਹੋਵੇ। ਮੀਨਸ ਪਹਿਲਾਂ ਜਿਹੜੇ ਸਾਈਜ਼ ਦਾ ਮੈਂ ਮਟੀਰੀਅਲ ਦਿੱਤਾ ਉਸੇ ਸਾਈਜ਼ ਦਾ ਮਟੀਰੀਅਲ ਮੇਰਾ ਨੈਕਸਟ ਟਾਈਮ ਫੇਰ ਜਾਵੇ, ਉਹਨੂੰ ਕਹਿੰਦੇ ਕੰਸਿਸਟੈਂਸੀ। ਕੰਸਿਸਟੈਂਸੀ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਕੋਈ ਕੰਪਨੀ ਕੰਸਿਸਟੈਂਟ ਪ੍ਰੋਡਕਟ ਕੁਆਲਿਟੀ ਪ੍ਰੋਡਕਟ ਡਿਲੀਵਰ ਕਰਦੀ ਆ ਤੇ ਕਸਟਮਰ ਕੀ ਹੁੰਦਾ? ਕਸਟਮਰ ਡਿਲਾਈਟ, ਕਸਟਮਰ ਖੁਸ਼ ਹੋਏਗਾ, ਮਾਰਕੀਟ ਸ਼ੇਅਰ ਇਨਕਰੀਜ਼ ਹੋਏਗਾ, ਰਿਪੀਟਡ ਕਸਟਮਰ ਮੇਰੇ ਵਧਣਗੇ, ਪ੍ਰੋਫਿਟੇਬਿਲਿਟੀ ਆਏਗੀ। ਪ੍ਰੋਫਿਟੇਬਿਲਿਟੀ ਕਿੱਦਾਂ ਆ ਗਈ? ਕਿਉਂਕਿ ਕੁਆਲਿਟੀ ਪ੍ਰੋਡਕਟ ਆ, ਮੈਂ ਜ਼ਿਆਦਾ ਵੇਚਿਆ, ਜਿੰਨਾ ਮੈਂ ਮਾਰਕੀਟ ਦੇ ਵਿੱਚ ਜਿੰਨਾ ਕਸਟਮਰ ਮੇਰੇ ਸੈਟੀਸਫਾਈਡ ਹੈਗੇ ਆ, ਰਾਈਟ। ਸੋ ਰਿਪੀਟਡ ਜਿੰਨੇ ਜ਼ਿਆਦਾ ਮੇਰਾ ਕੁਆਲਿਟੀ ਪ੍ਰੋਡਕਟ ਵਿਕਿਆ, ਬਾਰ-ਬਾਰ ਵਿਕੀ ਗਿਆ ਕਿਉਂਕਿ ਮੈਂ ਕੁਆਲਿਟੀ ਵਧੀਆ ਕਰਦਾ ਪਿਆ, ਜਿੰਨਾ ਜ਼ਿਆਦਾ ਮੇਰਾ ਮਾਲ ਵਿਕੇਗਾ, ਜਿੰਨਾ ਜ਼ਿਆਦਾ ਮੇਰਾ ਕੰਪੋਨੈਂਟਸ ਵਿਕੇਗਾ, ਉਨਾ ਜ਼ਿਆਦਾ ਕੰਪਨੀ ਨੂੰ ਪ੍ਰੋਫਿਟ ਆਏਗਾ। ਦੈਨ ਇਜ਼ ਐਂਟਰ ਇਨਟੂ ਗਲੋਬਲਾਈਜੇਸ਼ਨ। ਗਲੋਬਲਾਈਜੇਸ਼ਨ ਦੇ ਵਿੱਚ ਮੇਰੀ ਜਿਹੜੀ ਸਟੈਂਡ ਕਰੇਗੀ ਇਨਕਰੀਜ਼ ਮੋਰਲ ਆਫ EMPLOYEES, EMPLOYEES ਦਾ ਮੋਰਲ ਅਪ ਹੋਏਗਾ। ਕਿਸੇ ਵੀ ਆਰਗੇਨਾਈਜੇਸ਼ਨ ਦੇ ਆਬਜੈਕਟਿਵਸ ਕੀ ਹੈ? ਆਬਜੈਕਟਿਵਸ ਕੀ ਆ? ਕਿ ਪ੍ਰੋਫਿਟੇਬਿਲਿਟੀ ਹੋਣੀ ਚਾਹੀਦੀ ਆ, ਹਾਇਰ ਆਊਟਪੁੱਟ ਹੋਣੀ ਚਾਹੀਦੀ ਆ, ਰੈਪਿਡ ਡਿਵੈਲਪਮੈਂਟ ਆਫ ਇਕੋਨਮੀ ਹੋਣੀ ਚਾਹੀਦੀ ਆ, ਔਰ ਟੂ ਮੀਟ ਦੀ ਕਸਟਮਰਸ ਰਿਕੁਆਇਰਮੈਂਟ, ਕਸਟਮਰ ਦੀਆਂ ਰਿਕੁਆਇਰਮੈਂਟ ਵੀ ਫੁੱਲਫਿਲ ਕਰਨੀਆਂ। ਜਦੋਂ ਵੀ ਤੁਹਾਨੂੰ ਬੇਟਾ ਇੰਟਰਵਿਊ ਦੇ ਵਿੱਚ ਜਾ ਕੇ ਪੁੱਛਿਆ ਜਾਂਦਾ ਵੀ ਕਿਸੇ ਵੀ ਕੰਪਨੀ ਦੇ ਆਬਜੈਕਟਿਵਸ ਕੀ ਆ, ਤੇ ਆ 4 ਆਬਜੈਕਟਿਵਸ ਮੈਂ ਲਿਖੇ ਨੇ, ਪ੍ਰੋਫਿਟੇਬਿਲਿਟੀ, ਹਾਇਰ ਆਊਟਪੁੱਟ, ਰੈਪਿਡ ਡਿਵੈਲਪਮੈਂਟ ਆਫ ਇਕੋਨਮੀ, ਟੂ ਮੀਟ ਕਸਟਮਰਸ ਰਿਕੁਆਇਰਮੈਂਟ।
ਇਹ ਚਾਰ ਆਬਜੈਕਟਿਵਸ ਤੇ ਫੋਕਸ ਕਰਨ ਨਾਲੋਂ ਜੇ ਕੋਈ ਕੰਪਨੀ ਸਿਰਫ ਕੁਆਲਿਟੀ ਦੇ ਉੱਤੇ ਫੋਕਸ ਕਰ ਦਿੰਦੀ ਆ, ਜੇ ਉਹ ਕੁਆਲਿਟੀ ਨੂੰ ਮੇਨਟੇਨ ਕਰ ਦਿੰਦੀ ਆ, ਤੇ ਇਹ ਜਿਹੜੇ ਮੇਰੇ ਚਾਰੋਂ ਦੇ ਚਾਰੋਂ ਆਬਜੈਕਟਿਵਸ ਜਿਹੜੇ ਆ ਉਹ ਆਪਣੇ ਆਪ ਹੀ ਫੁੱਲਫਿਲ ਹੋਣਗੇ। ਮੈਨੂੰ ਕੋਈ ਵੀ ਇੱਧਰ ਉੱਧਰ ਦੇਖਣ ਦੀ ਜ਼ਰੂਰਤ ਨਹੀਂ ਹੈਗੀ। ਮੈਂ ਸਿਰਫ ਇਹਨਾਂ ਚਾਰਾਂ ਤੇ ਪ੍ਰੋਫਿਟੇਬਿਲਿਟੀ, ਹਾਇਰ ਆਊਟਪੁੱਟ, ਰੈਪਿਡ ਡਿਵੈਲਪਮੈਂਟ ਆਫ ਇਕੋਨਮੀ ਟੂ ਮੀਟ ਕਸਟਮਰਸ ਰਿਕੁਆਇਰਮੈਂਟ, ਇਹਨਾਂ ਦੇ ਫੋਕਸ ਨਹੀਂ ਕਰਨਾ, ਸਿਰਫ ਕੁਆਲਿਟੀ ਤੇ ਫੋਕਸ ਕਰਨਾ। ਕੁਆਲਿਟੀ ਤੇ ਫੋਕਸ ਕਰਾਂਗਾ, ਇਹ ਮੇਰੇ ਆਬਜੈਕਟਿਵਸ ਆਪਣੇ ਆਪ ਹੀ ਫੁੱਲਫਿਲ ਹੋ ਜਾਣਗੇ। ਹੁਣ ਡਾਇਮੈਂਸ਼ਨਸ ਆਫ ਕੁਆਲਿਟੀ ਕੀ ਹੈਗੀ ਹੈ? ਕੋਈ ਵੀ ਕਸਟਮਰ ਕੋਈ ਵੀ ਪ੍ਰੋਡਕਟ ਲੈਣ ਤੋਂ ਪਹਿਲਾਂ ਉਸਦੀ ਕੁਆਲਿਟੀ ਨੂੰ ਕਿਹੜੇ ਤਰੀਕੇ ਦੇ ਨਾਲ ਮੈਜ਼ਰ ਕਰਦਾ, ਕਿੱਦਾਂ, ਕੀ ਡਿਮਾਂਡ ਕਰਦਾ ਉਹ। ਹੁਣ ਹਰ ਇੱਕ ਕਸਟਮਰ ਆਪਣੇ ਆਪਣੇ ਤਰੀਕੇ ਨਾਲ ਕੁਆਲਿਟੀ ਨੂੰ ਮੈਜ਼ਰ ਕਰਦਾ। ਕੁਝ ਕਹਿੰਦੇ ਪਰਫਾਰਮੈਂਸ ਵਧੀਆ ਹੋਣੀ ਚਾਹੀਦੀ ਆ, ਕੁਝ ਕਹਿੰਦੇ ਜੀ ਇਹਦੇ ਫੀਚਰਸ ਵਧੀਆ ਹੋਣੇ ਚਾਹੀਦੇ ਆ, ਕੁਝ ਕਹਿੰਦੇ ਰਿਲਾਇਬਲ ਹੋਣੀ ਚਾਹੀਦੀ, ਰਿਲਾਇਬਿਲਿਟੀ ਬਾਰ-ਬਾਰ ਖਰਾਬ ਨਾ ਹੋਵੇ, ਇੱਕ ਵਾਰੀ ਚੀਜ਼ ਲੱਗੀ ਉਹ ਫਿਰ ਜਿੰਨੀ ਲਾਈਫ ਆ ਪੂਰੀ ਲਾਈਫ 'ਚ ਬਿਨਾਂ ਬ੍ਰੇਕਡਾਊਨ ਤੋਂ ਚੱਲੇ। ਡਿਊਰੇਬਿਲਿਟੀ, ਕਿੰਨੀ ਹੰਢਣਸਾਰ ਆ ਚੀਜ਼, ਕਿੰਨੇ ਸਾਲ ਚੱਲੇਗੀ ਜੇ ਮੈਂ ਇੱਕ ਵਾਰੀ ਪ੍ਰੋਡਕਟ ਲੈ ਲਵਾਂ, ਰਾਈਟ। ਸਰਵਿਸ, ਕੀ ਮੈਂ ਮਾਰਕੀਟ ਦੇ ਵਿੱਚੋਂ ਜਿਹੜੇ ਸਮਾਨ ਖਰੀਦ ਲਿਆ ਮੈਨੂੰ ਉਹਦੀ ਆਫਟਰ ਸੇਲ ਸਰਵਿਸ ਮਿਲਦੀ ਪਈ ਆ? ਜੇ ਮੇਰਾ ਚੀਜ਼ ਖਰਾਬ ਹੋ ਜਾਵੇ ਮੈਂ ਕੰਪਨੀ ਨੂੰ ਫੋਨ ਕਰਦਾ ਕਿ ਉਹਦੇ ਸਰਵਿਸ ਇੰਜੀਨੀਅਰ ਠੀਕ ਕਰਨ ਦੇ ਲਈ ਆ ਰਹੇ ਆ ਮੇਰੇ ਕੋਲ, that is known as ਸਰਵਿਸ। ਸਰਵਿਸ ਬਹੁਤ ਇੰਪੋਰਟੈਂਟ ਆ। ਰਿਸਪੌਂਸ, ਮਾਰਕੀਟ ਦੇ ਵਿੱਚ ਜਿਹੜਾ ਮੈਂ ਪ੍ਰੋਡਕਟ ਖਰੀਦਣ ਜਾ ਰਿਹਾ ਆ ਜਾਂ ਖਰੀਦਣਾ ਆ ਉਹਦਾ ਰਿਸਪੌਂਸ ਕਿਵੇਂ ਜਾ, ਲੋਕ ਉਹਦੇ ਬਾਰੇ ਕੀ ਗੱਲ ਕਰਦੇ ਪਏ ਆ। ਰੈਪੂਟੇਸ਼ਨ, ਉਸ ਕੰਪਨੀ ਦਾ ਰੈਪੂਟੇਸ਼ਨ ਕੀ ਹੈ, ਉਸ ਪ੍ਰੋਡਕਟ ਦਾ ਮਾਰਕੀਟ ਦੇ ਵਿੱਚ ਰੈਪੂਟੇਸ਼ਨ ਕੀ। ਇਹ ਸਾਰੇ ਜਿਹੜੇ ਮੈਂ ਲਏ ਆ, these are the dimensions of quality। ਕੁਐਸਚਨ ਕੀ ਬਣਦਾ, which of the following is the dimension of quality? ਕੋਈ ਵੀ ਇਹਦੇ ਵਿੱਚੋਂ ਆਪਸ਼ਨ ਤੁਹਾਨੂੰ ਆ ਸਕਦੀ ਆ, ਦੋ ਆ ਸਕਦੀਆਂ, ਪੁੱਛਿਆ ਜਾ ਸਕਦਾ A and B ਕਰਕੇ ਪੁੱਛਿਆ ਜਾ ਸਕਦਾ। ਸੋ ਸਾਰੀਆਂ ਡਾਇਮੈਂਸ਼ਨਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਵੀ ਇਹ these are all the dimensions of quality। ਹੁਣ ਅਸੀਂ ਪੜ੍ਹਨਾ ਕੁਆਲਿਟੀ ਕਰੈਕਟਰਿਸਟਿਕਸ। ਕੁਆਲਿਟੀ ਆਫ ਡਿਜ਼ਾਈਨ ਸਭ ਤੋਂ ਪਹਿਲਾਂ ਮੈਂ ਲਿਖਿਆ, ਮੈਂਸ਼ਨ ਕੀਤਾ ਕੁਆਲਿਟੀ ਆਫ ਡਿਜ਼ਾਈਨ। ਕੋਈ ਵੀ ਪ੍ਰੋਡਕਟ ਜਦੋਂ ਡਿਜ਼ਾਈਨ ਹੋਣਾ ਉਹਦੀ ਕੁਆਲਿਟੀ ਕਿਵੇਂ ਦੀ ਆ, ਰਾਈਟ। ਇੱਕ ਵਾਰੀ ਮੈਂ ਕੋਈ ਪ੍ਰੋਡਕਟ ਡਿਜ਼ਾਈਨ ਕਰਤਾ, ਮੈਂ ਮੈਨੂਫੈਕਚਰ ਹੋਣ ਕਰਨ ਦੇ ਲਈ ਆਪਰੇਟਰ ਨੂੰ ਦੇ ਦਿੱਤਾ, ਮੈਂ ਇੰਜੀਨੀਅਰ ਨੂੰ ਦੇ ਦਿੱਤਾ ਕਿ ਉਹ ਏਬਲ ਆ ਉਸ ਡਿਜ਼ਾਈਨ ਨੂੰ ਵਧੀਆ ਤਰੀਕੇ ਦੇ ਨਾਲ ਬਣਾਉਣ ਦੇ ਲਈ, ਕਿ ਉਹ ਯੂਜ਼ਰ ਫਰੈਂਡਲੀ ਹੈਗਾ ਆ, ਕਿ ਜਿਹਨੂੰ ਮੈਂ ਆਰਾਮ ਨਾਲ ਤਿਆਰ ਕਰ ਲਾਂ। ਇਹ ਤਾਂ ਨਹੀਂ ਉਹਨੂੰ ਤਿਆਰ ਕਰਦੇ ਹੋਏ ਕੋਈ ਪ੍ਰੋਬਲਮ ਆਵੇ। ਹਮੇਸ਼ਾ ਕੁਆਲਿਟੀ ਆਫ ਡਿਜ਼ਾਈਨ ਦਾ ਖਿਆਲ ਰੱਖਣਾ। ਨੈਕਸਟ ਇਜ਼ ਕੁਆਲਿਟੀ ਅਸ਼ੋਰੈਂਸ। ਹੁਣ ਕੁਆਲਿਟੀ ਅਸ਼ੋਰੈਂਸ ਕੀ ਹੈਗੀ ਆ, ਜਦੋਂ ਮੇਰਾ ਕੰਪੋਨੈਂਟ ਤਿਆਰ ਹੋ ਗਿਆ, ਰਾਈਟ, ਉਦੋਂ ਉਹ ਕੰਪੋਨੈਂਟ ਦੇ ਨੂੰ ਚੈੱਕ ਕਰਨਾ ਕਿ ਜੋ ਕਸਟਮਰ ਚਾਹੁੰਦਾ ਪਿਆ ਸੀ ਕਿ ਉਹਦੇ ਮੁਤਾਬਕ ਮੈਂ ਸਮਾਨ ਨੂੰ ਤਿਆਰ ਕਰ ਦਿੱਤਾ, ਸਾਰੀਆਂ ਸਪੈਸੀਫਿਕੇਸ਼ਨਸ, ਸਾਰੇ ਸਿਕਿਉਰਿਟੀ ਚੈੱਕ ਉਹਦੇ 'ਚ ਐਸ ਸੱਚ ਹੈਗੇ ਆ ਜੋ ਕਸਟਮਰ ਡਿਮਾਂਡ ਕਰਦਾ ਪਿਆ ਸੀ। ਜਦੋਂ ਅਸੀਂ ਇਹ ਚੀਜ਼ ਨੂੰ ਚੈੱਕ ਕਰ ਲਿਆ, ਉਸ ਦੇ ਉੱਤੇ ਜਿਹੜਾ ਮੇਰਾ ਪ੍ਰੋਡਕਟ ਹੈਗਾ ਉਹਦੇ ਉੱਤੇ QA ਦੀ ਸਟੈਂਪ ਲੱਗੇਗੀ ਕਿ ਮੈਂ ਇਹਦੀ ਕੁਆਲਿਟੀ ਚੈੱਕ ਕਰ ਚੁੱਕਾ, ਜੋ ਐਜ਼ ਪਰ ਕਸਟਮਰ ਰਿਕੁਆਇਰਮੈਂਟ ਸੀ ਮੈਂ ਤਿਆਰ ਪ੍ਰੋਡਕਟ ਕਰ ਦਿੱਤਾ। ਇੱਕ ਹੁੰਦਾ ਕੁਆਲਿਟੀ ਕੰਟਰੋਲ। ਕੁਆਲਿਟੀ ਕੰਟਰੋਲ ਕੀ ਹੈਗਾ, ਇਹਦਾ ਰੋਲ ਹੁੰਦਾ ਆ ਡਿਫੈਕਟ ਪ੍ਰੀਵੈਂਸ਼ਨ। ਰੋਲ ਇਹਦਾ ਕੀ ਹੈ, ਡਿਫੈਕਟ ਪ੍ਰੀਵੈਂਸ਼ਨ। ਜਦੋਂ ਮੇਰਾ ਪ੍ਰੋਡਕਟ ਤਿਆਰ ਹੁੰਦਾ ਪਿਆ ਉਹਦੇ ਵਿੱਚ ਡਿਫੈਕਟ ਨੂੰ ਮੈਂ ਪ੍ਰੀਵੈਂਟ ਕਰਨਾ। ਜਦੋਂ ਮੈਂ ਤਿਆਰ ਕਰਦਾ ਪਿਆ, ਕੁਆਲਿਟੀ ਕੰਟਰੋਲ ਡਿਪਾਰਟਮੈਂਟ ਨਾਲ ਦੀ ਨਾਲ ਮਟੀਰੀਅਲ ਮੇਰਾ ਚੈੱਕ ਕਰੇਗਾ, ਜੇ ਉਹਦੇ ਵਿੱਚ ਕੋਈ ਡਿਫਰੈਂਸਿਸ ਆਉਂਦੇ ਪਏ ਆ ਜਾਂ ਪ੍ਰੋਸੈਸ ਡਿਫਰੈਂਸਿਸ ਹੈਗੇ ਆ ਜਾਂ ਕੁਆਲਿਟੀ ਡਿਫਰੈਂਸਿਸ ਹੈਗੇ ਆ, ਮੈਂ ਪ੍ਰੋਸੈਸ ਨੂੰ ਬੰਦ ਕਰਵਾਵਾਂਗਾ, ਮਸ਼ੀਨ ਨੂੰ ਬੰਦ ਕਰਵਾਵਾਂਗਾ, ਉਹਦੇ ਪੈਰਾਮੀਟਰਸ ਚੈੱਕ ਕਰਾਂਗਾ, ਉਹਨਾਂ ਨੂੰ ਠੀਕ ਕਰਾਂਗਾ, ਐਡਜਸਟ ਕਰਾਂਗਾ ਔਰ ਦੁਬਾਰਾ ਮੈਂ ਪ੍ਰੋਸੈਸ ਨੂੰ ਰਨ ਕਰਾਂਗਾ, ਤਾਂ ਜੋ ਮੇਰਾ ਜਿਹੜਾ ਹੈਗਾ ਕੁਆਲਿਟੀ ਪ੍ਰੋਡਕਟ ਹੋਵੇ, ਮੇਰੀ ਵੇਸਟੇजेस ਪ੍ਰੋਡਿਊਸ ਨਾ ਹੋਣ। ਕੁਆਲਿਟੀ ਕੰਟਰੋਲ ਦਾ ਹੈ। ਦੂਸਰਾ ਕੁਆਲਿਟੀ ਕੰਟਰੋਲ ਦਾ ਕੀ ਕੰਮ ਹੈਗਾ, ਜਿੰਨੇ ਵੀ ਪ੍ਰੋਸੈਸ ਜਾਂ ਪ੍ਰੋਡਕਟ ਦੇ ਵਿੱਚ ਡਿਊਰਿੰਗ ਪ੍ਰੋਡਕਸ਼ਨ ਫਾਲਟ ਪੈਂਦੇ ਪਏ ਆ, ਉਹਨਾਂ ਦੇ ਕਾਜ਼ਿਸ ਫਾਈਂਡ ਆਊਟ ਕਰਨੇ ਆ ਕਿ ਇਹ ਬਾਰ-ਬਾਰ ਪ੍ਰੋਡਕਟ ਕੀ ਪੈਂਦੇ ਪਏ ਆ ਔਰ ਉਹਨਾਂ ਦੀ ਪਰਮਾਨੈਂਟ ਪ੍ਰੀਵੈਂਸ਼ਨ ਕਰਨੀ ਆ। ਪਰਮਾਨੈਂਟ ਉਹ ਡਿਫੈਕਟ ਜਿਹੜੇ ਆ ਉਹ ਦੂਰ ਕੀਤੇ ਜਾਣੇ ਆ, ਰਾਈਟ। ਸੋ ਜਦੋਂ ਵੀ ਕੁਆਲਿਟੀ ਇੰਸ਼ੋਰੈਂਸ ਔਰ ਕੁਆਲਿਟੀ ਕੰਟਰੋਲ ਬੈਲੈਂਸ ਰਹੇਗੀ ਤੇ ਮੇਰਾ ਕੁਆਲਿਟੀ ਪ੍ਰੋਡਕਟ ਹਮੇਸ਼ਾ ਬਣਦਾ ਰਹੇਗਾ। ਸਭ ਤੋਂ ਪਹਿਲਾਂ ਜੇ ਮੇਰੀ ਕੁਆਲਿਟੀ ਕੰਟਰੋਲ ਮੈਂ ਬੈਲੈਂਸ ਕਰ ਲਿਆ, ਕੁਆਲਿਟੀ ਕੰਟਰੋਲ ਨੂੰ ਮੈਂ ਮੇਨਟੇਨ ਕਰ ਲਿਆ, ਤੇ ਕੁਆਲਿਟੀ ਇੰਸ਼ੋਰੈਂਸ ਆਪਣੇ ਆਪ ਹੀ ਮੇਨਟੇਨ ਹੋ ਜਾਂਦੀ ਹੈ। ਨੀਚੇ ਡਾਇਗਰਾਮ ਦੇ ਵਿੱਚ ਇਹੀ ਦਿਖਾਇਆ, ਇੱਕ ਸਾਈਡ ਤੇ ਮੈਂ QA ਦਿਖਾਇਆ, ਇੱਕ ਸਾਈਡ ਤੇ ਮੈਂ QC ਦਿਖਾਇਆ ਹੋਇਆ। ਦਿਸ ਇਜ਼ ਕੁਆਲਿਟੀ ਕੰਟਰੋਲ ਐਂਡ ਇਹ ਵਾਲਾ ਜਿਹੜਾ ਮੇਰਾ ਹੈਗਾ ਕੁਆਲਿਟੀ ਇੰਸ਼ੋਰੈਂਸ ਹੈਗੀ। ਜਦੋਂ ਇਹ ਬਿਲਕੁਲ ਬੈਲੈਂਸ ਹੋਏਗਾ ਤੇ ਮੇਰਾ ਕੁਆਲਿਟੀ ਪ੍ਰੋਡਕਟ ਹੀ ਕਸਟਮਰ ਨੂੰ ਡਿਲੀਵਰ ਹੋਏਗਾ। ਨੈਕਸਟ ਇਜ਼ ਅਸੀਂ
ਹੁਣ पढ़ना क्वालिटी टूल्स। पहला अंडरस्टैंड आपां करिए कि क्वालिटी टूल्स हुंदे की आ, राइट। इंडस्ट्री दे विच टाइम टू टाइम किन्ने तरह दी प्रॉब्लम्स, रोज कोई ना कोई नवी प्रॉब्लम उत्थे खड़ी हो जाती है जिन्हां दे हल नहीं लभदे भी की किया जाए, जिहदे करके मेरी प्रोडक्शन लॉस हुंदी है, जिहदे करके मेरी क्वालिटी लॉस हुंदी है, जिहदे करके मेरी रिजेक्शन इनक्रीज हुंदी है, राइट। हुण की होएगा, एक 7 क्वालिटी टूल्स, क्वेश्चन तुहानू पेपर दे विच आ सकदा कि हाउ मैनी क्वालिटी टूल्स आर देयर, 5 ऑप्शन आ सकदी है, 4 आ सकदी है, 7 आ सकदी है, 8 आ सकदी है। लर्न करना है कि 7 क्वालिटी टूल्स हुंदे ने, राइट। हुण 7 क्वालिटी टूल्स की करते हैं, ये प्रॉब्लम सॉल्विंग टेक्निक्स आ इंडस्ट्री दे विच जिहड़ियां डेली बेसिस दे उत्ते रैगूलर रेपुटेशन दे विच बार बार रिपीट होने वाली प्रॉब्लम आंदियां, उन्हां नूं सॉल्व करन दी टेक्निक्स जिहड़ी आ दैट आर 7 क्वालिटी टूल्स। ये 7 क्वालिटी टूल्स जिहड़े आ ये डिवेलप किए गए जापान दे विच, और क्वालिटी गुरुज डेमिंग एंड जुरान ने इन्हां नूं जिहड़ा आ ओह डिवेलप किया है। ये लर्न करना है किहड़ी कंट्री च डिवेलप होए, जापान च डिवेलप होए। किहड़े गुरुज ने कीते ने, डेमिंग एंड जुरान ने कीते ने, राइट। और अकॉर्डिंग टू क्यारू इशिकावा एक क्वालिटी गुरुज होए ने, उन्होंने ये स्टेट किया, उन्होंने ये प्रूव किया कि जिहड़ी भी इंडस्ट्री 7 क्वालिटी टूल्स नूं यूज करती पई आ, ओहदी 95% प्रॉब्लम जिहड़ी आ ओह अपने आप ही रिजॉल्व हो जाएगी, राइट। These are used to find the root cause of any problem। कोई भी बीमारी जिहड़ी हैगी आ, कोई भी cause हैगा ओहदा, कोई भी प्रॉब्लम दा रूट कॉज फाइंड करो, मतलब जड़ दी बीमारी की है उस प्रॉब्लम दी। इस चीज दे लई आपां 7 क्वालिटी टूल्स इंडस्ट्री दे विच यूज करते हैं। सो सारिਆਂ ने ये देखना 7 क्वालिटी टूल्स टोटल ने जापान दे विच ड्राइव होए ने, डेमिंग एंड जुरान ने किते ने। अकॉर्डिंग टू इशिकावा क्वालिटी गुरु 95% प्रॉब्लम सॉल्व हुंदियां ने। हुण पेपर च आ सकदा व्हाट इज द पर्पस ऑफ quality tools, what is the function of quality tools की हैगा, it is the problem solving technique number 1। number 2 it is used to find the root cause of any problem। root cause find करन दे लई ਅਸੀਂ quality tools ਨੂੰ यूज करते हैं। सारे पार्टिसिपेंट्स ਨੂੰ ਮੇਰਿਆਂ ਨੂੰ पता होना चाहिए, स्टूडेंट्स ਨੂੰ खास करके पता होना चाहिए क्योंकि ਉਹਨਾਂ ਦੇ एग्जाम्स आने वाले हैं। ਹੁਣ ਇਹ 7 क्वालिटी टूल्स हैगे ਕਿਹੜੇ आ? सब तो पहला कॉज एंड इफेक्ट डायग्राम, पेरेटो डायग्राम, कंट्रोल चार्ट, चेक शीट, स्ट्रैटिफिकेशन, हिस्टोग्राम, स्कैटर डायग्राम। ये 7 क्वालिटी टूल्स आ। पेपर दे विच कई बार आ जांदा विच ऑफ द फॉलोइंग इज द क्वालिटी टूल, इज द नेम ऑफ द क्वालिटी टूल। कोई होर आ सकदा बाहरों, इन्हां विचों कोई भी नाम एक आ सकदा, 2 नाम आ सकदे आ, 3 नाम आ सकदे आ, और थल्ले ऑप्शन होएगी ऑल ऑफ अबव, राइट। ये सारिਆਂ ਨੂੰ नाम याद होने चाहिए आ, ये बहुत जरूरी आ कि 7 क्वालिटी टूल्स के नाम जिहड़े आ वो सारिਆਂ ने जरूर लर्न करने आ। सो किहड़े किहड़े हैगे आ? कॉज एंड इफेक्ट डायग्राम, पेरेटो डायग्राम, कंट्रोल चार्ट, चेक शीट, स्ट्रैटिफिकेशन, हिस्टोग्राम, स्कैटर डायग्राम। हुण अगे इन्हां नूं एक्सप्लेन करते हैं। सब तो पहला असीं गल करते हैं कॉज एंड इफेक्ट डायग्राम की। हुण जिहड़ी कॉज एंड इफेक्ट डायग्राम आ, ਉਹਦਾ फंक्शन हैगा असैस फैक्टर्स ऑफ प्रॉब्लम। पेपर दे विच क्वेश्चन आंदा विच ऑफ द फॉलोइंग इज द फंक्शन ऑफ कॉज एंड इफेक्ट डायग्राम। सो आंसर आएगा असैस फैक्टर्स फॉर प्रॉब्लम, राइट। हुण ये हैगी कॉज एंड इफेक्ट डायग्राम। इट इज यूज्ड टू आइडेंटिफाई पॉसिबल कॉजेज फॉर ए प्रॉब्लम। कोई भी प्रॉब्लम दे केड़े केड़े कॉज हो सकते हैं, पॉसिबल कॉजेज केड़े आ, वो प्रॉब्लम केड़े केड़े कारणों करके आई आ, आपां कॉज एंड इफेक्ट डायग्राम तो फाइंड आउट करांगे। नैक्सट इज कॉज एंड इफेक्ट डायग्राम का दूसरा नाम जिहड़ा हैगा फिशबोन डायग्राम आ, जां इहनूं इशिकावा डायग्राम भी कहा जाता। हुण इशिकावा डायग्राम आपां क्यों कहना आ, क्योंकि क्वालिटी गुरु इशिकावा ने इनू ड्राइव किया, फस्ट टाइम इनू डिवेलप किया, इस करके इनू इशिकावा डायग्राम कहा जाता। फिशबोन डायग्राम क्यों कहते हैं, क्योंकि ये जिहड़ी शेप हैगी आ
मैं अगली स्लाइड ਦੇ ਵਿੱਚ ਤੁਹਾਨੂੰ ਇਹਦੀ ਸ਼ੇਪ ਦਿਖਾਵਾਂਗਾ ਜਿਵੇਂ ਫਿਸ਼ ਦੀ ਸ਼ੇਪ ਹੁੰਦੀ ਆ ਇੱਕ ਮਛਲੀ ਦੀ ਸ਼ੇਪ ਹੈਗੀ ਉਸ ਤਰ੍ਹਾਂ ਦੀ ਇਹਦੀ ਸ਼ੇਪ ਹੈਗੀ ਇਸ ਕਰਕੇ ਇਹਨੂੰ ਫਿਸ਼ ਬੋਨ ਡਾਇਗਰਾਮ ਵੀ ਕਿਹਾ ਜਾਂਦਾ ਆ ਉਸ ਤੋਂ ਬਾਅਦ ਆ ਗਿਆ ਮੇਰਾ brainstorming is required ਪਹਿਲੀ ਗੱਲ ਤਾਂ ਜਿੰਨੇ ਵੀ ਕੁਆਲਿਟੀ ਟੂਲਸ ਅਸੀਂ ਕਰਦੇ ਪਏ ਆ ਮੈਕਸਿਮਮ ਟੂਲਸ ਦੇ ਵਿੱਚ brainstorming ਸੈਸ਼ਨਸ ਹੋਣੇ ਬਹੁਤ ਜ਼ਰੂਰੀ ਆ मैं थोड़ा जिहा ब्रेनस्टॉर्मिंग सैशन तुहानूं एक्सप्लेन करदा ब्रेनस्टॉर्मिंग की हुंदी है जदों किसी भी इंडस्ट्री दे विच कोई प्रॉब्लम आंदी है जिन्हां दे कॉजेस सानूं नहीं पता लगदे ਉਹਦੇ ਵਿੱਚ ਅਸੀਂ ਸਾਰੇ ਮੈਂਬਰਸ ਸਾਰੇ ਪਾਰਟਿਸਪੈਂਟਸ ਜਿੰਨੇ ਵੀ ਮੇਰੇ ਮੁਲਾਜ਼ਮ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਕਾਲ ਕਰ ਲੈਣਾ ਔਰ ਉਹਨਾਂ ਨਾਲ ਪ੍ਰੋਬਲਮ ਡਿਸਕਸ ਕਰਦਾ ਔਰ ਉਹਨਾਂ ਨੂੰ ਕਹਿੰਦਾ ਵੀ ਸਾਨੂੰ ਆਈਡੀਆਜ਼ ਦਿਓ ਕਿ ਇਹ ਮੇਰੀ ਪ੍ਰੋਬਲਮ ਕਿਉਂ ਆ ਰਹੀ ਹੈ ਪਾਰਟਿਕੂਲਰ ਤੇ ਮੈਨੂੰ ਸਾਰੇ ਸੁਜੈਸ਼ਨਸ ਦੇਣਗੇ ਜਿੰਨੀਆਂ ਵੀ ਸੁਜੈਸ਼ਨਸ ਆਉਂਦੀਆਂ ਨੇ ਉਹਨਾਂ ਨੂੰ ਮੈਂ ਨੋਟ ਡਾਊਨ ਕਰਾਂਗਾ ਉਹਨਾਂ ਨੂੰ ਵੈਲਕਮ ਕਰਾਂਗਾ ਬਾਅਦ ਦੇ ਵਿੱਚ ਮੈਂ ਉਹ ਜਿਹੜੀਆਂ ਮੇਰੇ ਕੋਲ ਸੁਜੈਸ਼ਨਸ ਆਈਆਂ ਨੇ ਉਹਨਾਂ ਨੂੰ ਮੈਂ ਐਨਾਲਿਸਿਸ ਕਰਦਾ ਐਨਾਲਿਸਿਸ ਕਰਕੇ ਜਿਹੜੀਆਂ ਨੰਬਰ ਆਫ ਸੁਜੈਸ਼ਨਸ ਮੇਰੀਆਂ ਲੋਕਾਂ ਕੋਲੋਂ ਆਈਆਂ ਹੁੰਦੀਆਂ ਮੈਨੂੰ ਉਹਨਾਂ ਦੇ ਵਿੱਚੋਂ ਮੈਂ ਪ੍ਰਾਇੋਰਟੀ ਵਾਈਜ਼ ਨੋਟ ਕਰਕੇ ਉਹਨਾਂ ਨੂੰ ਫਾਈਂਡ ਆਊਟ ਕਰਦਾ ਹਾਂ ਵੀ ਪਾਰਟਿਕੂਲਰ ਜ਼ਿਆਦਾ ਲੋਕ ਇਸ ਪ੍ਰੋਬਲਮ ਬਾਰੇ ਕੀ ਗੱਲ ਕਰਦੇ ਪਏ ਆ ਕਿ ਇਹ ਪ੍ਰੋਬਲਮ ਕੀ ਆਂਦੀ ਪਈ ਆ ਲੋਕ ਕੀ ਕਹਿ ਰਹੇ ਆ ਇਸ ਤਰ੍ਹਾਂ ਬ੍ਰੇਨਸਟਾਰਮਿੰਗ ਸੈਸ਼ਨ ਦੇ ਨਾਲ ਮੈਨੂੰ ਕਾਜ਼ਸ ਦਾ ਪਤਾ ਲੱਗਦਾ ਮੇਰੇ ਕੋਲ ਰੀਜ਼ਨਿੰਗ ਆਂਦੀ ਆ ਮੇਰੇ ਕੋਲ ਸੁਜੈਸ਼ਨਸ ਆਂਦੀਆਂ ਨੇ ਬ੍ਰੇਨਸਟਾਰਮਿੰਗ ਸੈਸ਼ਨ ਜਿਹੜਾ ਆ ਇਟ ਇਜ਼ ਵੈਰੀ ਇੰਪੋਰਟੈਂਟ ਟੂ ਕਲੈਕਟ ਦੀ ਡਾਟਾ ਟੂ ਕਲੈਕਟ ਦੀ ਸੁਜੈਸ਼ਨਸ ਆਫ ਦੀ ਪੀਪਲ ਤਾਂ ਜੋ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਆ ਇਨਪੁਟ ਦੇਣ ਉਸ ਇਨਪੁਟ ਦੇ ਬੇਸਿਸ ਤੇ ਹੀ ਮੈਂ ਕੋਈ ਕੁਆਲਿਟੀ ਟੂਲਸ ਜਿਹੜਾ ਆ ਉਹਦੇ ਤੇ ਵਰਕ ਕਰ ਸਕਦਾ ਸੋ ਇਹਦੇ ਲਈ ਵੀ ਕਾਜ਼ ਐਂਡ ਇਫੈਕਟ ਡਾਇਗਰਾਮ ਦੇ ਲਈ ਵੀ ਬ੍ਰੇਨਸਟਾਰਮਿੰਗ ਸੈਸ਼ਨ ਬਹੁਤ ਜ਼ਰੂਰੀ ਆ ਨੈਕਸਟ ਬ੍ਰੇਨ ਇਹ ਜਿਹੜਾ cause and effect diagram ਹੈਗਾ ਇਹਦੇ ਮੇਨ ਕੰਪੋਨੈਂਟ ਹੈਗੇ ਆ ਮੈਥਡ ਮਸ਼ੀਨ ਪੀਪਲ ਪਰਸਨਲ ਮਟੀਰੀਅਲ ਮੈਜਰਮੈਂਟ ਐਂਡ ਇਨਵਾਇਰਨਮੈਂਟ ਪੇਪਰ ਦੇ ਵਿੱਚ ਕੁਐਸਚਨ ਆਂਦਾ which of the following is the major component of cause and effect diagram cause and effect diagram ਦਾ ਮੇਜਰ ਕੰਪੋਨੈਂਟ ਕਿਹੜਾ ਆ ਇਹਨਾਂ ਵਿੱਚੋਂ ਕੋਈ ਵੀ ਨਾਮ ਆ ਸਕਦਾ ਮੈਥਡ ਹੋ ਸਕਦਾ ਮਸ਼ੀਨ ਹੋ ਸਕਦਾ people and personal ਇਹਨਾਂ ਚੋਂ ਕੋਈ ਵੀ ਆ ਸਕਦਾ ਇੱਕ ਮਟੀਰੀਅਲ ਹੋ ਸਕਦਾ measurement ਹੋ ਸਕਦਾ ਜਾਂ environment ਹੋ ਸਕਦਾ right so basically cause and effect diagram ਕੀ ਹੈਗਾ cause and effect diagram ਇੱਕ problem finding technique ਆ ਜਿਹਦੇ ਨਾਲ ਅਸੀਂ ਕਿਸੇ problem ਦੀ root cause ਦਾ ਪਤਾ ਕਰਦੇ right so ਆ ਦੇਖੋ ਬੇਟੋ ਮੈਂ ਇੱਕ ਡਾਇਗਰਾਮ ਡਰਾ ਕੀਤੀ ਹੋਈ ਆ ਫਿਸ਼ ਐਂਡ ਤੁਹਾਡੇ ਲਈ ਇੱਕ ਐਗਜ਼ਾਮਪਲ ਲੈ ਕੇ ਆਇਆ ਮੈਂ ਇਹਦੇ ਵਿੱਚ ਦੇਖੋ ਮੈਂ ਜਿਹੜੀ ਇੱਕ ਮੇਰੀ ਮੇਨ ਪ੍ਰੋਬਲਮ ਹੈਗੀ ਆ ਉਹ ਮੈਂ ਕਰ ਲਈ ਕਿ ਜਦੋਂ ਮੈਂ ਪ੍ਰੋਡਕਟ ਕਿਸੇ ਕੰਪਨੀ ਦੇ ਵਿੱਚ ਡਿਲੀਵਰ ਕਰਦਾ ਪਿਆ ਉਹ ਰੋਂਗ ਡਿਲੀਵਰ ਹੋ ਰਿਹਾ ਜਾਂ ਡਿਲੇ ਦੇਰੀ ਨਾਲ ਪਹੁੰਚ ਰਿਹਾ ਜਾਂ ਉਹ ਡੈਮੇਜ ਹੋ ਰਿਹਾ ਜਦੋਂ ਮੈਂ ਕਸਟਮਰ ਦੇ ਕੋਲ ਮਟੀਰੀਅਲ ਨੂੰ ਪਹੁੰਚਾਉਣਾ ਉਹ ਡੈਮੇਜ ਕੰਡੀਸ਼ਨ ਦੇ ਵਿੱਚ ਉਹਨੂੰ ਮਿਲਦਾ ਪਿਆ ਇਹ ਮੇਰੀ ਮੇਜਰ ਪ੍ਰੋਬਲਮ ਹੋ ਗਈ ਜਿਹਦਾ ਮੈਨੂੰ ਹੱਲ ਫਾਈਂਡ ਆਊਟ ਕਰਨਾ ਹੈ रूट कॉज फाइंड आउट करना मैं ब्रेनस्टॉर्मिंग सैशन बुलाया ये प्रिंसिपल कंपोनेंट्स जेडे मैं पिछली स्लाइड ते डिस्कस कीते सी मशीन मेथड मटीरियल्स इन्वायरमेंट मेजरमेंट पर्सनल ये मैं 6 कंपोनेंट रख ले अपने को देखो मशीन मेथड मटीरियल पर्सनल मेजरमेंट एंड इन्वायरमेंट हुण मैं जेडे आ तां मैं मेन इनू लाइन दे नाल ज्वाइन करता सारियां नू आ मेरे हैगे सब कॉजेस ये प्रिंसीपल कॉजेस सी प्रिंसीपल कंपोनेंट सीगे मेजर कंपोनेंट सीगे ये मेरे सब कॉजेस आ गए ये सब कॉजेस तो भी माइनर कॉजेस हो गए हुण सब कॉजेस की है ट्रैवल व्हीकल दे विच कोई नुक्सा लैवलिंग मशीन च कोई नुक्सा मैथड दे विच किसी ने कहता मिसगाइडिंग डिस्क्रिप्शन हैगियां मीनस ट्रैवल व्हीकल दे विच कोई नुक्सा जेड़े व्हीकल दे विच मैं समान नूं लैके जा रहा ਉਹਦੇ ਵਿੱਚ ਗੜਬੜ ਹੈਗੀ ਆ ਉਹ ਗਲਤ ਮੇਰਾ ਟਰੱਕ ਹੈਗਾ ਜਾਂ ਗਲਤ ਮੇਰਾ ਵਹੀਕਲ ਹੈਗਾ ਜਿਹਦੇ ਵਿੱਚ ਜਦੋਂ ਮੈਂ ਕੰਪੋਨੈਂਟ ਨੂੰ ਰੱਖਦਾ ਆ ਉਹ ਟੇਢਾ ਰੱਖਿਆ ਜਾਂਦਾ ਆ ਉਹਦੇ ਨਾਲ ਉਹ ਡੈਮੇਜ ਹੋ ਜਾਂਦਾ ਮੇਰਾ ਬਾਰ-ਬਾਰ ਪ੍ਰੋਡਕਟ ਫਿਰ ਮੈਂ ਕਹਿੰਦਾ ਜੀ ਜਿਹੜਾ ਮੈਂ ਵਹੀਕਲ ਆ ਉਹਦੀਆਂ ਬ੍ਰੇਕਸ ਠੀਕ ਨਹੀਂ ਹੈਗੀਆਂ ਬਾਰ-ਬਾਰ ਬ੍ਰੇਕਸ ਲੱਗਦੀਆਂ ਜਿਹਦੇ ਨਾਲ ਮੇਰਾ ਕੰਪੋਨੈਂਟ ਜਿਹੜਾ ਆ ਉਹ ਗਿਰ ਜਾਂਦਾ ਟੁੱਟ ਜਾਂਦਾ ਡੈਮੇਜ ਹੋ ਜਾਂਦਾ ਮੈਨੂੰ ਰਸਤੇ ਸੈੱਟ ਕਰਨਾ ਪੈਂਦਾ ਉਸ ਕਰਕੇ ਡਿਲੇ ਵੀ ਹੋ ਜਾਂਦਾ अगला कहता लैवलिंग मशीन च नुकसा जेड़ी मशीन दे नाल मैं उस ट्रक दे विच समान नूं लोड करदा पिया ਉਹਦੇ ਵਿੱਚ ਇੱਕ ਲੈਵਲਿੰਗ ਮਸ਼ੀਨਸ ਲੱਗੀਆਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਪ੍ਰੋਪਰ ਸਮਾਨ ਨੂੰ ਲੈਵਲ ਕਰਕੇ ਰੱਖਦੀਆਂ ਨੇ ਮੈਂ ਕਿਹਾ ਜੀ ਉਹ ਲੈਵਲਿੰਗ ਮਸ਼ੀਨ ਖਰਾਬ ਆ ਮੇਰਾ ਸਮਾਨ ਜਿਹੜਾ ਆ ਉਹ ਟੇਢਾ ਰੱਖਿਆ ਜਾਂਦਾ ਆ ਔਰ ਜਦੋਂ ਮੇਰਾ ਵਹੀਕਲ ਚੱਲਦਾ ਉਹ ਗਿਰ ਜਾਂਦਾ ਜਿਹਦੇ ਕਰਕੇ ਉਹ ਡੈਮੇਜ ਹੋ ਜਾਂਦਾ
ਇਹ ਕਹਿੰਦਾ ਜੀ ਮੈਥਡ ਦੇ ਵਿੱਚ ਪ੍ਰੋਬਲਮ ਇਹ ਆ ਮਿਸਗਾਈਡਿੰਗ ਡਿਸਕ੍ਰਿਪਸ਼ਨਸ ਨੇ, ਜਿਹੜੀਆਂ ਆਪਾਂ ਇੰਸਟਰਕਸ਼ਨਸ ਦਿੱਤੀਆਂ ਹੋਈਆਂ, ਜਿਹੜੀਆਂ ਡਿਸਕ੍ਰਿਪਸ਼ਨਸ ਦਿੱਤੀਆਂ ਹੋਈਆਂ ਲੋਡਿੰਗ ਅਨਲੋਡਿੰਗ ਸਟਾਫ ਨੂੰ, ਉਹ ਗਲਤ ਆ। ਅਸੀਂ ਉਹਨਾਂ ਨੂੰ ਮੈਥਡ ਹੀ ਸਹੀ ਨਹੀਂ ਦੱਸਿਆ ਹੋਇਆ। ਮਟੀਰੀਅਲਸ ਰੋਂਗ, ਪੈਕਿੰਗ ਮਟੀਰੀਅਲ ਪਿੱਛੋਂ ਪੈਕਿੰਗ ਮਟੀਰੀਅਲ ਹੀ ਜਿਹੜਾ ਮੇਰਾ ਆ ਉਹ ਗਲਤ ਆਂਦਾ ਪਿਆ ਮੈਨੂੰ। ਰੋਂਗ ਪ੍ਰੋਡਕਟ ਰਿਸੀਵਡ ਫਰੋਮ ਸਪਲਾਇਰ, ਜਿਹੜਾ ਸਪਲਾਇਰ ਦੇ ਕੋਲੋਂ ਹੀ ਮੇਰਾ ਰੋਂਗ ਪ੍ਰੋਡਕਟ ਆਂਦਾ ਪਿਆ ਆ। ਮੇਰਾ ਰॉ ਮਟੀਰੀਅਲ ਹੀ ਠੀਕ ਨਹੀਂ ਹੈਗਾ, ਮੇਰੇ ਜਾਂ ਨਟ ਬੋਲਟ ਹੀ ਨਹੀਂ ਪਿੱਛੋਂ ਠੀਕ ਆਂਦੇ ਪਏ। ਸੋ ਇਸੇ ਤਰ੍ਹਾਂ ਹੀ ਮੈਂ এনवायरमेंट ਦੀ ਗੱਲ ਕਰਦਾ, ਰਸਤੇ ਦੇ ਵਿੱਚ ਬਹੁਤ ਹੈਵੀ ਰੇਨ ਹੁੰਦੀ ਆ, ਜਾਂ ਲੋਡਿੰਗ ਅਨਲੋਡਿੰਗ ਕਰਦਾ ਬਹੁਤ ਹੈਵੀ ਰੇਨ ਹੁੰਦੀ ਆ, ਹਿਊਮਿਡ ਬਹੁਤ ਜ਼ਿਆਦਾ। ਇਹਨਾਂ ਦੇ ਨਾਲ ਕੀ ਹੋਏਗਾ, ਜਿਹੜੇ ਮੇਰੇ ਮੈਟੈਲਿਕ ਪਾਰਟਸ ਨੇ ਉਹ ਰਸਟੀ ਹੋ ਜਾਣਗੇ, ਆਕਸੀਡੇਸ਼ਨ ਹੋਣ ਦੇ ਚਾਂਸਿਸ ਹੋ ਜਾਣਗੇ, ਹਿਊਮਿਡ ਹੋ ਜਾਣਗੇ। ਜੇ ਕੋਈ ਮੇਰੇ ਇਲੈਕਟ੍ਰੋਨਿਕ ਪਾਰਟਸ ਆ ਉੱਤੇ ਹਿਊਮਿਡਿਟੀ ਬਹੁਤ ਜ਼ਿਆਦਾ, ਨਮੀ ਬਹੁਤ ਜ਼ਿਆਦਾ ਹੈਗੀ ਆ, ਤੇ ਇਲੈਕਟ੍ਰੋਨਿਕ ਪਾਰਟਸ ਵੀ ਮੇਰੇ ਜਿਹੜੇ ਆ ਡੈਮੇਜ ਹੋਣ ਦੇ ਚਾਂਸਿਸ ਹੈ। ਮੈਜਰਮੈਂਟ ਫਾਲਟੀ ਐਸਟੀਮੇਸ਼ਨ ਮੀਨਸ ਮੈਂ ਕਸਟਮਰ ਨੂੰ ਕਿਹਾ ਵੀ ਤੁਹਾਡੇ ਕੋਲ 36 ਘੰਟੇ ਦੇ ਵਿੱਚ ਸਮਾਨ ਪਹੁੰਚੇਗਾ। ਮੈਂ ਦੇਖਿਆ ਕਿ ਜਿਹੜਾ ਇਹ ਮੇਰੀ ਜਗ੍ਹਾ ਤੋਂ ਲੈ ਕੇ ਜਿੱਥੇ ਤੱਕ ਮੈਂ ਸਮਾਨ ਪਹੁੰਚਾਉਣਾ ਸੀਗਾ ਉਹਨੂੰ ਲੱਗਦੇ ਹੀ 36 ਘੰਟੇ ਆ। ਰਸਤੇ ਦੇ ਵਿੱਚ ਮੈਂ ਸਟੇ ਟਾਈਮ ਕਾਊਂਟ ਨਹੀਂ ਕੀਤਾ, ਕੋਈ ਟਰੱਕ ਮੇਰਾ ਖਰਾਬ ਹੋ ਗਿਆ ਉਹਨੂੰ ਟਾਈਮ ਨੂੰ ਵਿੱਚ ਨਹੀਂ ਲਿਆ, ਸੇਫਟੀ ਫੈਕਟਰ ਕੋਈ ਲਿਆ ਹੀ ਨਹੀਂ। ਮੈਨੂੰ 36 ਆਵਰਸ ਕਹਿਤਾ ਵੀ ਤੇਰੇ ਕੋਲ ਸਮਾਨ ਡਿਲੀਵਰ ਹੋ ਜਾਏਗਾ, ਪਰ 36 ਆਵਰਸ ਤਾਂ ਜਿਹੜਾ ਹੈਗਾ ਆ ਉਹ ਤਾਂ ਰਨ ਟਾਈਮ ਆ, ਉਹਦੇ ਵਿੱਚ ਟ੍ਰੈਫਿਕ ਫੈਕਟਰ ਨਹੀਂ ਮੈਂ ਲਿਆ, ਮੈਂ ਡਰਾਈਵਰ ਦਾ ਰੈਸਟ ਟਾਈਮ ਨਹੀਂ ਇਨਕਲੂਡ ਕੀਤਾ, ਹੋਰ ਵੇਰੀਅਸ ਚੀਜ਼ਾਂ ਮੈਂ ਇਨਕਲੂਡ ਹੀ ਨਹੀਂ ਕੀਤੀਆਂ। ਸੋ ਮੈਂ ਉਹਨੂੰ ਗਲਤ ਕਹਿਤਾ ਵੀ ਤੇਰੇ ਕੋਲ ਸਮਾਨ ਇੰਨੀ ਦੇਰ ਚ ਪਹੁੰਚਣਾ, ਮੈਂ ਪਹੁੰਚਾ ਹੀ ਨਹੀਂ ਸਕਿਆ, ਉਹਦੇ ਕਰਕੇ ਵੀ ਮੇਰਾ ਕਸਟਮਰ ਜਿਹੜਾ ਆ ਉਹ ਅਪਸੈਟ ਹੋ ਜਾਏਗਾ। ਮਿਸ ਹੈਂਡਲਿੰਗ ਆਫ ਪ੍ਰੋਡਕਟਸ, ਜਿਹੜਾ ਪ੍ਰੋਡਕਟ ਨੂੰ ਹੈਂਡਲ ਕਰਦੇ ਪਏ ਮੀਨਸ ਜਿਹੜਾ ਸਟਾਫ ਸਮਾਨ ਨੂੰ ਲੋਡ ਕਰਦਾ ਪਿਆ ਜਾਂ ਅਨਲੋਡ ਕਰਦਾ ਪਿਆ ਉਹ ਗਲਤ ਤਰੀਕੇ ਨਾਲ ਕਰਦੇ ਪਏ, ਉਹਨਾਂ ਦੀ ਨੈਗਲੀਜੈਂਸੀ ਹੈ, ਨੈਗਲੀਜੈਂਸੀ ਕਰਕੇ ਕਰਦੇ ਪਏ, ਇਨਸਫੀਸ਼ੀਐਂਟ ਟ੍ਰੇਨਿੰਗ ਕਰਕੇ। ਹੁਣ ਮੈਂ ਦੇਖੋ ਆ ਮੈਂ 6 ਪ੍ਰਿੰਸੀਪਲ ਕੰਪੋਨੈਂਟ ਕਰ ਲਏ ਸੀ, ਉਹਦੇ ਵਿੱਚ ਆ ਵਾਲੇ ਜਿਹੜੇ ਟਰੈਵਲ ਵਹੀਕਲ ਲੈਵਲਿੰਗ ਇਹ ਮੈਂ ਸਬ ਕਾਜ਼ਿਸ ਕਰ ਲਏ ਸੀ, ਇਹ ਮੈਂ ਮਾਈਨਰ ਕਾਜ਼ਿਸ ਲੱਭ ਲਏ ਸਾਰੇ। ਇਹਨਾਂ ਮਾਈਨਰ ਕਾਜ਼ਿਸ ਦੇ ਵਿੱਚੋਂ ਮੈਂ ਅਲੱਗ-ਅਲੱਗ ਟੀਮਾਂ ਬਣਾਤੀਆਂ, ਮਸ਼ੀਨ ਦੇ ਲਈ ਅਲੱਗ ਟੀਮ ਬਣਾਤੀ, एक सेकंड बेटे, चलिए am I audible to all? Am I audible to all? Can I know? Kanu ma'am, am I audible? Kanu ma'am, am I audible? Kanu ma'am? Kanu ma'am, am I audible? जी सर जी, राइट, Okay, बिल्कुल। okay ma'am, okay, thank you, thank you. चलिए बच्चे आगे चलते हैं। सो ये मैं सबको मैं अलग अलग टीम्स बनाती हैं, मशीन्स, मेथड, मटेरियल्स, एनवायरमेंट, मेजरमेंट एंड पर्सनल। अलग अलग टीमां मैं 3-3 4-4 मैंबर्स ਦੀਆਂ ਬਣਾਤੀਆਂ। ਉਹਨਾਂ ਨੂੰ ਕਿਹਾ ਵੀ ਜਿਹੜੇ ਮੇਰੇ ਕੋਲ ਸਬ ਕਾਜ਼ਿਸ ਆਏ ਨੇ ਉਹਨਾਂ ਨੂੰ ਫਾਈਂਡ ਆਊਟ ਕਰੋ ਕਿ ਕਿਹੜੇ ਕਿਹੜੇ ਇਹਨਾਂ ਵਿੱਚੋਂ ਫੈਕਟਸ ਨੇ, ਕਿਹੜੀਆਂ ਕਿਹੜੀਆਂ ਇਹਨਾਂ ਵਿੱਚੋਂ ਸੱਚਾਈਆਂ। ਹੁਣ ਸਾਰਿਆਂ ਨੇ ਫਾਈਂਡ ਆਊਟ ਕੀਤਾ, ਮਸ਼ੀਨਸ ਵਾਲੇ ਨੇ ਕਿਹਾ ਵੀ ਇਹ ਦੋਨੇ ਜਿਹੜੇ ਆ ਇਹ ਸਭ ਕੁਝ ਸਾਡੇ ਸਾਈਡ ਤੋਂ ਠੀਕ ਠਾਕ ਹੈ, ਇਸ ਕਰਕੇ ਮੈਂ ਰੂਲ ਆਊਟ ਕਰ ਦਿੱਤਾ। ਇਸੇ ਤਰ੍ਹਾਂ ਮਟੀਰੀਅਲ ਵਾਲਿਆਂ ਨੇ ਕਿਹਾ ਜੀ ਰੋਂਗ ਪੈਕਿੰਗ ਮਟੀਰੀਅਲ, ਪਿੱਛੋਂ ਜਿਹੜੇ ਆ ਪੈਕਿੰਗ ਮਟੀਰੀਅਲ ਹੀ ਗਲਤ ਆ ਰਿਹਾ, ਮੇਰੇ ਕੋਲ ਪੈਕਿੰਗ ਮਟੀਰੀਅਲ ਠੀਕ ਨਹੀਂ ਆਂਦਾ ਪਿਆ। ਸੋ ਮੈਂ ਇਹ ਕਾਜ਼ ਲੱਭ ਲਿਆ। ਇਸੇ ਤਰ੍ਹਾਂ ਹੀ ਉਹਨਾਂ ਨੇ ਕਹਿ ਦਿੱਤਾ ਵੀ ਜਿਹੜਾ ਸਟਾਫ ਹੈਗਾ ਆ ਜਿਹੜਾ ਪ੍ਰੋਡਕਟ ਨੂੰ ਲੋਡ ਜਾਂ ਅਨਲੋਡ ਕਰਦਾ ਪਿਆ ਆ ਉਹਨਾਂ ਦੀ ਇਨਸਫੀਸ਼ੀਐਂਟ ਟ੍ਰੇਨਿੰਗ ਹੈਗੀ ਆ, ਉਹ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਰੱਖਣਾ ਨਹੀਂ ਆਂਦਾ। ਹੁਣ ਮੈਂ 2 ਰੂਟ ਕਾਜ਼ ਫਾਈਂਡ ਆਊਟ ਕਰ ਲਏ, ਰੋਂਗ ਪੈਕਿੰਗ ਮਟੀਰੀਅਲ, ਇਨਸਫੀਸ਼ੀਐਂਟ ਟ੍ਰੇਨਿੰਗ। ਮੈਂ ਇਹਨਾਂ ਨੂੰ ਫਾਈਂਡ ਆਊਟ ਕੀਤਾ ਔਰ ਇਹਨਾਂ ਤੇ ਵਰਕਆਊਟ ਕੀਤਾ, ਇਹਨਾਂ ਚੀਜ਼ਾਂ ਨੂੰ ਮੈਂ ਰਿਜ਼ੋਲਵ ਕਰ ਦਿੱਤਾ। ਮੈਂ ਵਧੀਆ ਪੈਕਿੰਗ ਮਟੀਰੀਅਲ ਮੰਗਵਾਉਣਾ ਸ਼ੁਰੂ ਕਰਤਾ, ਸਹੀ ਪੈਕਿੰਗ ਮਟੀਰੀਅਲ ਮੰਗਵਾਉਣਾ ਸ਼ੁਰੂ ਕਰਤਾ। ਇਨਸਫੀਸ਼ੀਐਂਟ ਟ੍ਰੇਨਿੰਗ ਜਿਹੜੀ ਸੀ ਮੈਂ ਬੰਦਿਆਂ ਨੂੰ ਟ੍ਰੇਨ ਕਰ ਦਿੱਤਾ ਲੋਡਿੰਗ ਅਨਲੋਡਿੰਗ ਦੇ ਲਈ। ਜਿਹੜਾ ਮੇਰਾ ਕਾਜ਼ ਸੀਗਾ, ਜਿਹੜੀ ਮੇਰੀ ਪ੍ਰੋਬਲਮ ਸੀ ਉਹ ਮੈਂ ਸੌਰਟ ਆਊਟ ਕਰ ਦਿੱਤਾ। ਸੋ ਦਿਸ ਇਜ਼ ਫਿਸ਼ਬੋਨ ਡਾਇਗਰਾਮ। ਨੈਕਸਟ ਅਸੀਂ ਡਿਸਕਸ ਕਰਾਂਗੇ ਪੈਰੀਟੋ ਚਾਰਟ। ਹੁਣ ਪੈਰੀਟੋ ਚਾਰਟ ਵੀ ਬੜਾ ਇੰਪੋਰਟੈਂਟ ਇੱਕ ਕੁਆਲਿਟੀ ਟੂਲ ਹੈਗਾ ਆ। ਕੋਈ ਸੇ ਬਹੁਤ ਵੱਡੀ ਪ੍ਰੋਬਲਮ ਆ, ਉਹਦੀਆਂ ਅੱਗੇ ਛੋਟੀਆਂ ਛੋਟੀਆਂ ਕਈ ਪ੍ਰੋਬਲਮਸ ਨੇ। ਇਹ ਪੈਰੀਟੋ ਚਾਰਟ ਕੀ ਕਰਦਾ, ਇਟ ਬ੍ਰੇਕਸ ਬਿਗ ਪ੍ਰੋਬਲਮ ਇਨਟੂ ਸਮਾਲਰ ਪੀਸਿਸ। ਵੱਡੀ ਪ੍ਰੋਬਲਮ ਨੂੰ ਛੋਟੇ ਪੀਸਿਸ ਦੇ ਵਿੱਚ ਡਿਵਾਈਡ ਕਰਦਾ, ਬ੍ਰੇਕ ਕਰਦਾ। ਅੱਗੇ ਜਾ ਕੇ ਮੈਂ ਤੁਹਾਨੂੰ ਟੂਲ ਦਿਖਾ ਕੇ ਐਕਸਪਲੇਨ ਕਰਾਂਗਾ ਸਾਰਾ ਕਿਸ ਤਰੀਕੇ ਦੇ ਨਾਲ ਇਹ ਕੰਮ ਕਰਦਾ।
It analyzes which part are the most important. ਇਹਦੇ ਤੋਂ ਸਾਨੂੰ ਪਤਾ ਲੱਗਦਾ ਕਿ ਕਿਹੜਾ ਪਾਰਟ ਜ਼ਿਆਦਾ ਇੰਪੋਰਟੈਂਟ ਆ, ਕਿਹੜੇ ਪਾਰਟ ਦੇ ਉੱਤੇ ਸਾਨੂੰ ਫੋਕਸ ਕਰਨ ਦੀ ਜ਼ਰੂਰਤ ਆ। ਪ੍ਰਾਇੋਰਟਾਈਜ਼ਿੰਗ ਐਂਡ ਰੈਂਕਿੰਗ ਦੀ ਪ੍ਰੋਬਲਮ, ਕਿਹੜੀ ਪ੍ਰੋਬਲਮ ਨੂੰ ਅਸੀਂ ਪ੍ਰਾਇੋਰਟੀ ਦੇਣੀ ਆ, ਉਹ ਸਾਨੂੰ ਪੈਰੀਟੋ ਚਾਰਟ ਤੋਂ ਪਤਾ ਲੱਗਦਾ। When there are many causes and we want to focus on the most significant occurring problem, ਜਿਹੜੀ ਕੋਈ ਬਾਰ-ਬਾਰ ਪ੍ਰੋਬਲਮ ਆ ਰਹੀ ਆ ਔਰ ਬਾਰ-ਬਾਰ ਰਿਪੀਟ ਹੁੰਦੀ ਪਈ ਆ, ਇਹ ਪੈਰੀਟੋ ਚਾਰਟ ਤੋਂ ਸਾਨੂੰ ਇਹ ਪਤਾ ਲੱਗਦਾ ਆ ਕਿ ਉਹ ਫਾਈਂਡ ਆਊਟ ਕਰਕੇ ਕਿਹੜੀ ਪ੍ਰੋਬਲਮ ਇਦਾਂ ਦੀ ਜਿਹੜੀ ਬਾਰ-ਬਾਰ ਆਂਦੀ, ਜਿਹਦੇ ਤੇ ਆਪਾਂ ਸਭ ਤੋਂ ਪਹਿਲਾਂ ਅਟੈਕ ਕਰਨਾ, ਜਿਹਨੂੰ ਸਭ ਤੋਂ ਪਹਿਲਾਂ ਆਪਾਂ ਠੀਕ ਕਰਨਾ। ਸੋ ਪੈਰੀਟੋ ਚਾਰਟ ਦੇ ਵਿੱਚ it helps to break a big problem into smaller pieces, just smaller parts. It analyzes which part are the most important, prioritizing and ranking the problem. When there are many causes, ਜਦੋਂ ਕਈ ਕਾਰਨ ਹੋਣ, ਉਹਨਾਂ ਵਿੱਚੋਂ ਸਭ ਤੋਂ significant reason ਕੀ ਹੈਗਾ, ਇਹ ਸਾਰਾ ਕੁਝ find out ਕਰਨ ਦੇ ਲਈ ਅਸੀਂ ਪੈਰੀਟੋ ਚਾਰਟ ਨੂੰ use ਕਰਦੇ ਹਾਂ। ਇੱਕ ਮੈਂ ਚਾਰਟ ਤੁਹਾਡੇ ਲਈ ਡਰਾ ਕੀਤਾ ਹੋਇਆ ਹੈ ਐਗਜ਼ਾਮਪਲ ਦੇ ਨਾਲ। ਸੇ ਕਿਸੇ ਇੰਡਸਟਰੀ ਦੇ ਵਿੱਚ ਜਾਂ ਕਿਸੇ ਇੰਸਟੀਚਿਊਟ ਦੇ ਵਿੱਚ ਕੋਈ ਪ੍ਰੋਬਲਮ ਆ, ਪ੍ਰੋਬਲਮ ਕੀ ਹੈਗੀ ਆ ਕਿ ਉੱਥੇ ਦੇ ਜਿਹੜੇ ਮੁਲਾਜ਼ਮ ਹੈਗੇ ਆ ਉਹ ਲੇਟ ਆ ਰਿਹਾ, ਲੇਟ ਕਮਿੰਗ ਜਿਹੜੀ ਆ, ਲੇਟ ਅਰਾਈਵਲ ਮੇਰਾ ਮੇਜਰ ਪ੍ਰੋਬਲਮ ਆ, ਜਿਹੜੀ ਮੇਰੇ ਕਿਸੇ ਇੰਡਸਟਰੀ ਦੇ ਲਈ ਜਾਂ ਕਿਸੇ ਇੰਸਟੀਚਿਊਟ ਦੇ ਲਈ ਸਿਰਦਰਦੀ ਬਣੀ ਹੋਈ ਹੈ। ਹੁਣ ਜਿਹੜੇ ਉਹ ਮੁਲਾਜ਼ਮ ਲੇਟ ਆਉਣਗੇ, ਇੰਪਲੋਈਜ਼ ਲੇਟ ਆਉਣਗੇ, ਕੀ ਹੋਏਗਾ? ਇੱਕ ਤਾਂ ਸਭ ਤੋਂ ਪਹਿਲਾਂ ਇਨਡਿਸਿਪਲਿਨ ਕ੍ਰੀਏਟ ਹੋਏਗਾ। ਇਨਡਿਸਿਪਲਿਨ ਤੋਂ ਇਲਾਵਾ ਮੇਰੀਆਂ ਮਸ਼ੀਨਾਂ ਲੇਟ ਸਟਾਰਟ ਹੋਣਗੀਆਂ। ਜੇ ਮੇਰੀਆਂ ਮਸ਼ੀਨਾਂ ਲੇਟ ਸਟਾਰਟ ਹੁੰਦੀਆਂ ਤਾਂ ਕੀ ਹੋਏਗਾ? ਰਾਈਟ, ਪ੍ਰੋਡਕਸ਼ਨ ਲਾਸ ਹੋਏਗੀ। ਪ੍ਰੋਡਕਸ਼ਨ ਲਾਸ ਹੋਏਗੀ ਤਾਂ ਕੰਪਨੀ ਨੂੰ ਮੇਰੀ ਨੂੰ ਘਾਟਾ ਪਏਗਾ। ਸੋ ਇਹ ਬਹੁਤ ਵੱਡਾ ਇੱਕ ਹੈਡੇਕ ਹੈ ਇੰਡਸਟਰੀ ਦੇ ਲਈ ਕਿ ਉਹਦੇ ਜਿਹੜੇ ਮੁਲਾਜ਼ਮ ਹੈਗੇ, ਇੰਪਲੋਈਜ਼ ਹੈਗੇ ਆ, ਲੇਟ ਆ ਰਹੇ। ਕੋਈ ਵੀ ਪ੍ਰੋਫੈਸ਼ਨਲ ਕੰਪਨੀ ਕਦੀ ਵੀ ਆਪਣੇ ਮੁਲਾਜ਼ਮਾਂ ਦੇ ਰੀਜ਼ਨਸ, ਉਹਨਾਂ ਦੇ ਜਿਹੜੇ ਲੌਜਿਕ ਹੈਗੇ ਆ, ਉਹਨਾਂ ਦੇ ਜਿਹੜੇ ਪ੍ਰੋਬਲਮ ਰੀਜ਼ਨਸ ਹੈਗੇ ਆ, ਉਹਨਾਂ ਨੂੰ ਕਦੀ ਵੀ ਇਗਨੋਰ ਨਹੀਂ ਕੀਤਾ ਜਾਂਦਾ। ਸੋ ਕੀ ਹੋਇਆ? ਕੰਪਨੀ ਨੇ ਸਾਰੇ ਮੁਲਾਜ਼ਮਾਂ ਨੂੰ ਕਾਲ ਕੀਤਾ। ਕਾਲ ਕਰਨ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਕਿ ਦੱਸੋ ਤੁਸੀਂ ਲੇਟ ਕਿਉਂ ਆਉਂਦੇ ਪਏ ਹੋ। ਹੁਣ ਸਾਰੇ ਮੁਲਾਜ਼ਮ ਇਕੱਠੇ ਹੋ ਗਏ, ਸਾਡੇ ਕੋਲ ਪ੍ਰੋਬਲਮ ਆਈਆਂ। ਲਗਭਗ 52 ਲੋਕਾਂ ਨੇ ਕਿਹਾ ਜੀ ਟ੍ਰੈਫਿਕ ਪ੍ਰੋਬਲਮ ਹੈਗੀ ਆ। ਉਸ ਤੋਂ ਬਾਅਦ 35 ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਕਿਹਾ ਚਾਈਲਡ ਕੇਅਰ ਪ੍ਰੋਬਲਮ ਹੈਗੀ ਆ। ਫਿਰ ਕਹਿੰਦੇ ਪਬਲਿਕ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਹੈ, ਲਗਭਗ 20% ਨੇ। ਉਸ ਤੋਂ ਬਾਅਦ ਲਗਭਗ 16% ਦੇ ਆਸ-ਪਾਸ ਲੋਕਾਂ ਨੇ ਕਿਹਾ ਜੀ ਵੈਦਰ ਦੀ ਪ੍ਰੋਬਲਮ ਆ, ਮੌਸਮ ਸਹੀ ਨਹੀਂ ਹੁੰਦਾ, ਸਾਡੇ ਕੋਲੋਂ ਪਹੁੰਚਿਆ ਨਹੀਂ ਜਾਂਦਾ। ਫਿਰ ਓਵਰ ਸਲੈਪਟ ਆ ਜੀ, ਮੇਰਾ ਓਵਰ ਟਾਈਮ ਲੱਗ ਗਿਆ ਸੀ, ਮੈਂ ਜ਼ਿਆਦਾ ਦੇਰ ਕੱਲ ਕੰਪਨੀ 'ਚ ਰੁਕ ਗਿਆ ਸੀ, ਜਿਹਦੇ ਕਰਕੇ ਮੈਂ ਓਵਰ ਸਲੈਪਟ ਹੋ ਗਿਆ, ਸੁੱਤਾ ਰਹਿ ਗਿਆ ਜ਼ਿਆਦਾ ਦੇਰ। ਕੁਛ ਹੁੰਦੇ ਐਮਰਜੈਂਸੀ, ਮੈਨੂੰ ਐਮਰਜੈਂਸੀ ਪੈ ਗਈ ਜੀ, ਮੇਰੇ ਘਰ ਬੱਚਾ ਬਿਮਾਰ ਹੋ ਗਿਆ, ਜਾਂ ਕੋਈ ਰਿਲੇਟਿਵਸ ਮੇਰੇ ਕੋਲ ਆ ਗਏ, ਜਾਂ ਕੋਈ ABCD ਰੀਜ਼ਨ ਕੋਈ ਵੀ ਹੋ ਸਕਦਾ। ਸੋ ਜ਼ਿਆਦਾ ਦੇਖੋ ਲੋਕਾਂ ਨੇ ਕੀ ਕਿਹਾ ਵੀ ਟ੍ਰੈਫਿਕ ਦੀ ਪ੍ਰੋਬਲਮ ਆ। ਸੋ ਇਹ ਮੋਸਟ ਸਿਗਨੀਫਿਕੈਂਟ ਕਾਜ਼ ਆ, ਸਭ ਤੋਂ ਵੱਡਾ। ਇੱਕ ਤਾਂ ਦੇਖੋ ਵੀ ਮੇਰਾ ਮੇਜਰ ਰੀਜ਼ਨ ਸੀਗਾ, ਮੇਜਰ ਪ੍ਰੋਬਲਮ ਮੇਰੀ ਸੀਗੀ ਲੇਟ ਅਰਾਈਵਲ। ਉਹਦੇ ਕਿੰਨੇ ਸਬ ਕਾਜ਼ਿਸ ਮੈਂ ਫਾਈਂਡ ਆਊਟ ਕਰ ਲਏ। ਇਹਦਾ ਮਤਲਬ ਮੇਰੀ ਜਿਹੜੀ ਲੇਟ ਅਰਾਈਵਲ ਸੀ ਉਹਨੂੰ ਮੈਂ ਬ੍ਰੇਕ ਡਾਊਨ ਕਰ ਲਿਆ ਛੋਟੇ-ਛੋਟੇ ਪੀਸਾਂ ਦੇ ਵਿੱਚ। ਕਿੰਨੇ ਪੀਸ ਬਣਾ ਲਏ ਮੈਂ? 1 2 3 4 5 ਐਂਡ 6 ਪੀਸਿਸ ਉਹਦੇ ਮੈਂ ਬਣਾ ਲਏ। ਉਹਨਾਂ ਚੋਂ ਸਭ ਤੋਂ ਵੱਡਾ ਪੀਸ ਜਿਹੜਾ ਮੇਰਾ ਸੀ, ਸਭ ਤੋਂ ਵੱਡਾ ਲੋਕਾਂ ਨੇ ਜਿਹੜਾ ਰੀਜ਼ਨ ਦੱਸਿਆ, ਦੈਟ ਇਜ਼ ਟ੍ਰੈਫਿਕ ਪ੍ਰੋਬਲਮ। ਜਿਹੜਾ ਸਭ ਤੋਂ ਵੱਡਾ ਕਾਜ਼ ਹੋਏਗਾ ਉਹਨੂੰ ਮੈਂ ਹਮੇਸ਼ਾ ਲੈਫਟ ਸਾਈਡ ਤੇ ਲੈਣਾ। ਜਿੱਦਾਂ ਜਿੱਦਾਂ ਮੇਰੇ ਜਿਹੜੇ ਕਾਜ਼ਿਸ ਹੈਗੇ ਆ ਛੋਟੇ ਹੁੰਦੇ ਗਏ, ਲੋਕ ਘੱਟ ਉਹਦੇ ਬਾਰੇ ਕਹਿੰਦੇ ਪਏ, ਉਹ ਮੈਂ ਰਾਈਟ ਸਾਈਡ ਤੇ ਲੈਂਦਾ ਜਾਵਾਂਗਾ। ਗ੍ਰਾਫ ਮੇਰਾ ਜਿਹੜਾ ਲੈਫਟ ਤੋਂ ਰਾਈਟ ਨੂੰ ਡਾਊਨਵਰਡ ਬਣੇਗਾ, ਡਿਕਰੀਜ਼ਿੰਗ ਆਰਡਰ 'ਚ ਬਣੇਗਾ। ਰਾਈਟ, ਹੁਣ ਆ ਜਿਹੜੇ ਲੋਕ ਨੇ ਕਹਿੰਦੇ ਜੀ ਟ੍ਰੈਫਿਕ ਪ੍ਰੋਬਲਮ ਆ ਜਦੋਂ ਆਪਾਂ 8:30 ਵਜੇ ਜਾਂ 9 ਵਜੇ ਸਾਡੀ ਇੰਡਸਟਰੀ ਲੱਗਦੀ ਆ, ਜਦੋਂ ਆਪਾਂ ਨਿਕਲਦੇ 9 ਵਜੇ ਤਾਂ ਰਸ਼ ਬਹੁਤ ਹੁੰਦਾ ਸੜਕਾਂ ਤੇ, ਆਪਾਂ ਆਉਂਦੇ ਹੋਏ ਲੇਟ ਹੋ ਜਾਂਦੇ ਆ। ਰਾਈਟ, ਹੁਣ ਇੰਡਸਟਰੀ ਨੇ ਕੀ ਕੀਤਾ? ਉਹਨੇ ਕਿਹਾ ਵੀ ਸਾਰਿਆਂ ਦੀ ਪ੍ਰੋਬਲਮ ਆ, ਇਹਨੂੰ ਰਿਜ਼ੋਲਵ ਕੀਤਾ ਜਾਵੇ। ਹੁਣ ਰਿਜ਼ੋਲਵ ਕਿਵੇਂ ਕੀਤਾ ਉਹਨੇ? ਰਾਈਟ, ਰਿਜ਼ੋਲਵ ਕੀ ਕੀਤਾ ਉਹਨੇ? ਅੱਧਾ ਘੰਟਾ ਲੇਟ ਕਰ ਦਿੱਤੀ ਇੰਡਸਟਰੀ, 9 ਦੀ ਬਜਾਏ 9:30 ਕਰ ਦਿੱਤੀ। ਹੁਣ 9 ਦੀ ਬਜਾਏ ਜਿਹੜੇ 9:30 ਮੇਰੀ ਇੰਡਸਟਰੀ ਦਾ ਟਾਈਮ ਹੋ ਗਿਆ, ਉਹਦੇ ਨਾਲ ਕੀ ਹੋਇਆ? ਸਾਰੇ ਜਿਹੜੇ ਉਹਨਾਂ ਦੀ ਲੇਟ ਕਮਿੰਗ ਪ੍ਰੋਬਲਮ ਆਉਂਦੀ ਪਈ ਸੀਗੀ ਮੇਰੇ ਇੰਪਲੋਈਜ਼ ਦੀ, ਉਹ ਰਿਜ਼ੋਲਵ ਹੋ ਗਈ। ਸਾਰੇ ਜਣੇ, ਕਿਉਂਕਿ ਸੜਕਾਂ ਤੇ ਰਸ਼ ਘਟ ਗਿਆ ਉਸ ਟਾਈਮ ਤੇ, ਕਿਉਂਕਿ ਅੱਧਾ ਘੰਟਾ ਮੈਂ ਆਪਣੀ ਇੰਡਸਟਰੀ ਨੂੰ ਲੇਟ ਕਰ ਦਿੱਤਾ ਸੀਗਾ। ਰਾਈਟ, ਔਰ ਇਹਦੇ ਨਾਲ ਅਗਲੀ ਪ੍ਰੋਬਲਮ ਵੀ ਜਿਹੜੀ ਮੇਰੀ ਸੀਗੀ ਚਾਈਲਡ ਕੇਅਰ ਦੀ, ਉਹ ਵੀ ਕਿਸੇ ਹੱਦ ਤੱਕ ਜਿਹੜੀ ਆ ਰਿਜ਼ੋਲਵ ਹੋ ਗਈ। ਰਿਜ਼ੋਲਵ ਕਿਵੇਂ ਹੋ ਜਾਏਗੀ
क्योंकि ਜਿਹੜੇ ਛੋਟੇ ਬੱਚੇ ਨੇ ਉਹਨਾਂ ਦਾ ਸਕੂਲ ਦਾ ਟਾਈਮ ਵੀ ਜਿਹੜਾ ਮੇਰਾ ਅਲੱਗ ਸੀਗਾ, ਉਹਨਾਂ ਨੂੰ ਭੇਜ ਕੇ ਮਦਰਸ ਜਿਹੜੀਆਂ ਆ ਉਹ ਇੰਡਸਟਰੀ ਦੇ ਵਿੱਚ ਆ ਸਕਦੀਆਂ, ਜਾਂ ਕੋਈ ਬੱਚਾ ਬਿਮਾਰ ਟਮਾਰ ਆ ਉਹਨੂੰ ਕਿਸੇ ਕਰੈਚ 'ਚ ਛੱਡਣਾ ਜਾਂ ਇੱਧਰ ਉੱਧਰ ਛੱਡਣਾ ਉਹ ਵੀ ਛੱਡ ਸਕਦੇ। ਸੋ ਜੇ ਮੈਂ ਟਾਈਮ ਇੰਡਸਟਰੀ ਦਾ ਚੇਂਜ ਕਰ ਦਿੰਦਾ ਆ, ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ, ਨਾਰਮਲੀ ਬਾਅਦ ਦੇ ਵਿੱਚ ਲੈ ਕੇ ਚੱਲੋ, 9 ਦੀ ਬਜਾਏ 9:30 ਕਰ ਦਿੱਤਾ, ਇਹਦੇ ਨਾਲ ਸੜਕਾਂ ਤੇ ਰਸ਼ ਘਟ ਗਿਆ, ਜਿਹਦੇ ਨਾਲ ਮੈਂ ਆਰਾਮ ਨਾਲ ਜਿਹੜੀ ਮੇਰੀ ਮੂਵਮੈਂਟ ਜਿਹੜੀ ਆ ਉਹ ਫ੍ਰੀ ਹੋ ਗਈ ਸੜਕਾਂ ਦੇ ਉੱਤੇ। ਨੈਕਸਟ ਹੈਗਾ ਚਾਈਲਡ ਕੇਅਰ। ਹੁਣ ਮੇਰੀਆਂ ਜਿੱਥੇ ਲੇਡੀ ਸਟਾਫ ਕੰਮ ਕਰਦਾ ਪਿਆ, ਵੂਮਨ ਸਟਾਫ ਕੰਮ ਕਰਦਾ ਪਿਆ ਆ, ਉੱਥੇ ਸਾਰਿਆਂ ਦੇ ਛੋਟੇ ਬੇਬੀਜ਼ ਨੇ, ਛੋਟੇ ਬੱਚੇ ਨੇ, ਘਰਾਂ ਦੇ ਵਿੱਚ ਉਹਨਾਂ ਨੂੰ ਤਿਆਰ ਕਰਨਾ, ਸਕੂਲ ਭੇਜਣਾ, ਕੋਈ ਬਿਮਾਰ ਠਵਾਰ ਹੋ ਗਿਆ ਜਾਂ ਕੋਈ ਹੋਰ ਰੀਜ਼ਨ ABCD ਹੈਗਾ ਆ, ਤੇ ਚਾਈਲਡ ਕੇਅਰ ਦੀ ਉਹਨਾਂ ਨੂੰ ਪ੍ਰੋਬਲਮ ਆਉਂਦੀ, ਜਿਹਦੇ ਕਰਕੇ ਉਹ ਇੰਡਸਟਰੀ ਦੇ ਵਿੱਚ ਲੇਟ ਹੋ ਰਹੇ। ਇੱਕ ਇੰਡਸਟਰੀਅਲ ਐਕਟ ਹੈਗਾ, ਅੱਗੇ ਜਾ ਕੇ ਅਸੀਂ ਪੜਾਂਗੇ ਵੀ। ਇੰਡਸਟਰੀਅਲ ਐਕਟ ਦੇ ਦੌਰਾਨ ਕੀ ਹੁੰਦਾ ਆ, ਜਿੱਥੇ ਜ਼ਿਆਦਾ ਵੂਮਨ ਕੰਮ ਕਰਦੀਆਂ ਨੇ, ਅੱਗੇ ਜਾ ਕੇ ਨੋਰਮਸ ਦੱਸਾਂਗੇ ਕਿੰਨੀਆਂ ਵੂਮਨ ਕੰਮ ਕਰਦੀਆਂ ਨੇ, ਉੱਥੇ ਇੱਕ ਕਰੈਚ ਦੀ ਫੈਸਿਲਿਟੀ ਇੰਡਸਟਰੀ ਦੇ ਵਿੱਚ ਹੀ ਦਿੱਤੀ ਹੁੰਦੀ ਆ। ਹੁਣ ਉਹ ਜਿਹੜੀ ਕਰੈਚ ਦੇ ਵਿੱਚ ਆਪਾਂ ਇੰਡਸਟਰੀ ਦੇ ਵਿੱਚ ਹੀ ਜੇ ਕਰੈਚ ਤਿਆਰ ਕਰ ਦਿੱਤੀ ਤੇ ਕੀ ਹੋਏਗਾ, ਸਾਰੀ ਲੇਡੀਜ਼ ਜਿਹੜੇ ਛੋਟੇ ਬੇਬੀਜ਼ ਨੇ, ਜਿਹੜੇ ਸਕੂਲ ਨਹੀਂ ਜਾਂਦੇ ਬੱਚੇ ਉਹਨਾਂ ਦੇ, ਉਹਨਾਂ ਨੂੰ ਉੱਥੇ ਨਾਲ ਹੀ ਆਪਣੇ ਲੈ ਕੇ ਆ ਸਕਦੀਆਂ। ਉੱਥੇ ਆਇਆਜ਼ ਉਹਨਾਂ ਨੇ ਰੱਖੀਆਂ ਹੁੰਦੀਆਂ, ਸਾਰਾ ਇੱਕ ਅਲੱਗ ਤੋਂ ਰੂਮ ਬਣਿਆ ਹੋਇਆ, ਟॉयਜ਼ ਰੂਮ, ਰੈਸਟ ਰੂਮ, ਖਾਣ ਪੀਣ ਦਾ ਪ੍ਰੋਗਰਾਮ ਸਾਰਾ ਉਹਨਾਂ ਨੇ ਰੱਖਿਆ ਹੁੰਦਾ। ਕਰੈਚ ਵਾਲੀ ਜਿਹੜੀ ਆਇਆ ਹੈਗੀਆਂ ਉਹ ਬੱਚੇ ਦੀ ਲੁੱਕ ਆਫਟਰ ਕਰਦੀਆਂ ਨੇ 5 ਵਜੇ ਤੱਕ। ਮਦਰਸ ਜਿਹੜੀਆਂ ਨਾਲ ਹੀ ਆਪਣੇ ਛੋਟੇ ਬੱਚਿਆਂ ਨੂੰ ਲੈ ਜਾਂਦੇ, ਜਿਹਨਾਂ ਦੇ ਨਾਲ ਚਾਈਲਡ ਕੇਅਰ ਦੀ ਪ੍ਰੋਬਲਮ ਜਿਹੜੀ ਆ ਉਹ ਰਿਜ਼ੋਲਵ ਹੋ ਜਾਂਦੀ ਆ। ਪਬਲਿਕ ਟਰਾਂਸਪੋਰਟੇਸ਼ਨ ਕਹਿੰਦੇ ਜੀ, ਸਾਡੇ ਜਿੱਦਾਂ ਬੱਚੇ ਵੀ ਸਾਡੇ ITIs ਦੇ ਇਹ ਕਹਿੰਦੇ ਨੇ ਕਿ ਸਾਡੇ ਜਿਹੜੇ ਪਿੰਡ ਦੇ ਵਿੱਚ ਜਾਂ ਜਿਹੜਾ ਮੇਰਾ ਬੱਸ ਪੁਆਇੰਟ ਹੈਗਾ ਆ, ਉੱਥੇ ਬੱਸ ਜਿਹੜੀ ਆ ਉਹ ਅੱਧੇ ਘੰਟੇ ਦੇ ਗੈਪ ਤੇ ਆਉਂਦੀ ਆ ਜੀ, ਰਾਈਟ। ਬੱਸਾਂ ਦੇ ਵਿੱਚ ਰਸ਼ ਬਹੁਤ ਜ਼ਿਆਦਾ ਹੈਗਾ ਜੀ, ਸਾਡੇ ਕੋਲੋਂ ਚੜਿਆ ਨਹੀਂ ਜਾਂਦਾ। ਜੇ ਬੱਸ ਇੱਕ ਵਾਰੀ ਮੇਰੀ ਨਿਕਲ ਜਾਂਦੀ ਆ ਤੇ ਅਗਲੀ ਬੱਸ ਜਿਹੜੀ ਆ ਮੇਰੀ ਅੱਧਾ ਘੰਟਾ ਬਾਅਦ ਆਉਂਦੀ ਆ, ਤੇ ਇਹ ਬੜੀ ਵੱਡੀ ਪ੍ਰੋਬਲਮ ਕ੍ਰੀਏਟ ਹੋ ਗਈ। ਪਬਲਿਕ ਟਰਾਂਸਪੋਰਟੇਸ਼ਨ ਦੀ ਜਿਹੜੀ ਫ੍ਰੀਕੁਐਂਸੀ ਬਹੁਤ ਘੱਟ ਹੈਗੀ। ਕੀ ਕੀਤਾ ਇੰਡਸਟਰੀ ਨੇ, ਆਪਣੀਆਂ ਬੱਸਾਂ ਲਗਾ ਦਿੱਤੀਆਂ। ਦੇਖਿਆ ਨਾ ਤੁਸੀਂ, ਕਈ ਇੰਡਸਟਰੀਜ਼ ਦੀਆਂ ਆਪਣੀਆਂ ਬੱਸਿਸ ਲੱਗੀਆਂ ਹੁੰਦੀਆਂ ਨੇ, ਜਾਂ ਕੋਈ ਇੰਸਟੀਚਿਊਟ ਜਿਹੜੇ ਹੈਗੇ ਉਹਨਾਂ ਦੀਆਂ ਵੀ ਇੱਕ ਆਪਣੀਆਂ ਬੱਸਿਸ ਹੁੰਦੀਆਂ ਨੇ। ਸਾਰੇ ਮੁਲਾਜ਼ਮ ਜਾਂ ਸਟੂਡੈਂਟ ਜਿਹੜੇ ਆ ਬੱਸਾਂ 'ਚ ਬੈਠ ਕੇ ਆਪਣੇ ਇੰਸਟੀਚਿਊਟ 'ਚ, ਜਾਂ ਜਿਹੜੇ ਫੈਕਟਰੀ ਵਾਲੇ EMPLOYEES ਨੇ ਉਹ ਆਪਣੇ ਫੈਕਟਰੀ ਦੇ ਵਿੱਚ ਬੱਸਾਂ 'ਚ ਬੈਠ ਕੇ ਜਾਂਦੇ। ਇਹਦੇ ਨਾਲ ਕੀ ਹੋਏਗਾ, ਮੇਰੀ ਪਬਲਿਕ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਰਿਜ਼ੋਲਵ ਹੋ ਗਈ, ਕਿਉਂਕਿ ਮੈਂ ਆਪਣੀਆਂ ਬੱਸਾਂ ਲਗਾਤੀਆਂ। ਵੈਦਰ ਦਾ ਕੋਈ ਕੁਝ ਨਹੀਂ ਕਰ ਸਕਦਾ। ਹਾਂ, ਜੇ ਮੈਂ ਆਪਣੀ ਕੋਈ ਟਰਾਂਸਪੋਰਟੇਸ਼ਨ ਦੇ ਦਾਂ, ਇਹਦੇ ਨਾਲ ਇਹ ਆ ਵੀ ਵੈਦਰ, ਕਿਉਂਕਿ ਆਪਣੀ ਟਰਾਂਸਪੋਰਟੇਸ਼ਨ ਹੈਗੀ ਆ, ਅਸੀਂ ਥੋੜਾ ਜਲਦੀ ਜਾਂ ਡਰਾਈਵਰ ਦੇ ਹਿਸਾਬ ਨਾਲ ਚੱਲ ਸਕਦੇ ਹਾਂ, ਤੇ ਇਸ ਕਰਕੇ ਪ੍ਰੋਬਲਮ ਰਿਜ਼ੋਲਵ ਹੋ ਜਾਏਗੀ। ਬਾਕੀ ਇਹ ਛੋਟੀਆਂ ਪ੍ਰੋਬਲਮ ਆਪਣੇ ਆਪ ਹੀ ਰਿਜ਼ੋਲਵ ਹੋ ਜਾਂਦੀਆਂ ਨੇ, ਇਹ ਥੋੜੇ ਜਿਹੇ ਮਿਸਲੇਨੀਅਸ ਪ੍ਰੋਬਲਮਸ ਨੇ। ਮੇਜਰ ਪਾਰਟ ਆਪਾਂ ਰਿਜ਼ੋਲਵ ਕਰ ਲਿਆ, ਟ੍ਰੈਫਿਕ ਨੂੰ, ਚਾਈਲਡ ਕੇਅਰ ਨੂੰ, ਪਬਲਿਕ ਟਰਾਂਸਪੋਰਟੇਸ਼ਨ ਨੂੰ ਐਂਡ ਵੈਦਰ ਨੂੰ, ਸਾਰੀਆਂ ਚੀਜ਼ਾਂ ਨੂੰ ਮੈਂ ਰਿਜ਼ੋਲਵ ਕਰ ਲਿਆ। ਸੋ ਇਸ ਤਰੀਕੇ ਦੇ ਨਾਲ ਮੇਰਾ ਪੈਰੇਟੋ ਚਾਰਟ ਜਿਹੜਾ ਆ ਉਹ ਵਰਕ ਕਰਦਾ ਹੈ। ਹੁਣ ਕੀ ਪੇਪਰ ਦੇ ਵਿੱਚ ਆ ਸਕਦਾ ਹੈ, ਪੈਰੇਟੋ ਚਾਰਟ ਹੈ ਕਿਆ, ਕੀ ਆ ਉਹਦਾ ਫੰਕਸ਼ਨ, ਕੀ ਹੈ, ਫੰਕਸ਼ਨ ਕੀ ਹੈਗਾ, ਨੈਰੋ ਪ੍ਰੋਬਲਮ ਏਰੀਆ ਇਹਦਾ ਫੰਕਸ਼ਨ ਹੈਗਾ ਆ। ਇਟ ਬ੍ਰੇਕਸ ਬਿਗ ਪ੍ਰੋਬਲਮ ਇਨਟੂ ਸਮਾਲਰ ਪਾਰਟਸ। ਉਹ ਪ੍ਰਾਇੋਰਟੀ ਨੂੰ ਫਾਈਂਡ ਆਊਟ ਕਰਨ ਨੂੰ ਵੀ ਕਿਹੜੀ ਕਾਜ਼ ਦੇ ਉੱਤੇ ਸਭ ਤੋਂ ਪਹਿਲਾਂ ਮੈਂ ਕੰਮ ਕਰਨਾ, ਇਹ ਪ੍ਰਾਇੋਰਟਾਈਜ਼ਿੰਗ ਟੂਲ ਹੈਗਾ ਇੱਕ, ਰਾਈਟ। ਔਰ ਜਿਹੜੀਆਂ ਮੇਰੀਆਂ ਵੱਡੀਆਂ ਪ੍ਰੋਬਲਮ ਹੈਗੀਆਂ ਲੈਫਟ ਸਾਈਡ ਤੇ ਆਉਂਦੀਆਂ ਨੇ, ਛੋਟੀਆਂ ਪ੍ਰੋਬਲਮ ਮੇਰੀਆਂ ਰਾਈਟ ਸਾਈਡ ਤੇ ਆਉਂਦੀਆਂ। ਲੈਫਟ ਟੂ ਰਾਈਟ ਇਹ ਗ੍ਰਾਫ ਜਿਹੜਾ ਹੈ ਹਮੇਸ਼ਾ ਪੈਰੇਟੋ ਚਾਰਟ ਡਰਾ ਕੀਤਾ ਜਾਂਦਾ। ਸੋ ਸਟੂਡੈਂਟਸ, ਇੱਕ ਤੁਹਾਡੇ ਲਈ ਮੈਂ ਛੋਟੀ ਜਿਹੀ ਕੋਟੇਸ਼ਨ ਲਿਖੀ ਹੋਈ ਆ। ਇਟਸ ਇਨਕ੍ਰੈਡੀਬਲ ਵੈਨ ਸਕਿੱਲ ਐਂਡ ਪੈਸ਼ਨ ਕਮਸ ਟੂਗੇਦਰ। ਜਦੋਂ ਵੀ ਤੁਹਾਡੀ ਸਕਿੱਲ ਔਰ ਪੈਸ਼ਨ ਜਿਹੜੀ ਆ ਇਹ ਇਕੱਠੀਆਂ ਹੋ ਜਾਣਗੀਆਂ, ਤੇ ਜਿਹੜੀ ਇਨਕ੍ਰੈਡੀਬਲ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ। ਸੋ ਆਪਣੀ ਸਕਿੱਲ ਨੂੰ ਹਮੇਸ਼ਾ ਇਨਹਾਂਸ ਕਰੋ, ਹਮੇਸ਼ਾ ਵਧਾਉਣ ਦੀ ਕੋਸ਼ਿਸ਼ ਕਰੋ, ਔਰ ਆਪਣੇ ਪੈਸ਼ਨ ਦੇ ਨਾਲ ਹਮੇਸ਼ਾ ਕੰਮ ਕਰੋ। ਕਦੀ ਵੀ ਕਿਸੇ ਦੇ ਕਹੇ ਤੇ ਕਿ ਉਹ ਵਧੀਆ ਕਹਿੰਦਾ ਪਿਆ ਮੈਂ ਉਹਦੇ ਪਿੱਛੇ ਲੱਗ ਕੇ ਕੰਮ ਕਰਨਾ ਹੈ, ਇਦਾਂ ਕਦੀ ਵੀ ਜਿਹੜਾ ਤੁਸੀਂ ਜੀਵਨ ਦੇ ਵਿੱਚ ਸਕਸੈਸਫੁਲ ਨਹੀਂ ਹੋ ਸਕਦੇ। ਆਪਣਾ ਜੋ ਪੈਸ਼ਨ ਆ ਉਹਦੇ ਹਿਸਾਬ ਨਾਲ ਆਪਣੀ ਸਕਿੱਲ ਨੂੰ ਡਿਵੈਲਪ ਕਰੋ, ਔਰ ਸਕਿੱਲ ਔਰ ਪੈਸ਼ਨ ਦੀ ਕੰਬੀਨੇਸ਼ਨ ਦੇ ਨਾਲ ਲਾਈਫ ਦੇ ਵਿੱਚ ਅੱਗੇ ਵਧੋ, ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ। ਸੋ ਅੱਜ ਦੀ ਜਿਹੜੀ ਮੇਰੀ ਸਲਾਈਡ ਹੈਗੀ ਆ ਉਹ ਇੱਥੇ ਹੀ ਖਤਮ ਹੁੰਦੀ ਹੈ। ਲਾ ਲਿਓ ਭਾਈ ਕਲਾਸ यार ਭਾਈ, ਉਹ ਲਾ ਲਿਓ। ਮੈਂ
ਮੇਰੇ ਹਿਸਾਬ ਨਾਲ ਮੇਰਾ ਜਿਹੜਾ ਲੈਕਚਰ ਸੀ ਆਪਣੇ ਵੱਲੋਂ ਅੱਜ ਕੰਪਲੀਟ ਹੋ ਗਿਆ। 2 ਲੈਕਚਰਸ ਨੂੰ ਮੈਂ ਮਰਜ ਕੀਤਾ ਸੀਗਾ। ਸਾਰੇ ਜਿਹੜੇ ਮੇਰੇ ਪਾਰਟਿਸਿਪੈਂਟਸ ਹੈਗੇ ਨੇ हेलो सर ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਸਾਰੇ ਜਣੇ ਆਪਣੀ ਆਵਾਜ਼ ਨੂੰ ਜਿਹੜਾ ਮਿਊਟ ਕਰ ਲੈਣ। ਮੈਂ 2 ਮਿੰਟ ਲਈ ਸਾਰਿਆਂ ਨੂੰ ਮਿਊਟ ਕੀਤਾ ਆ। ਮੈਂ ਅਨਮਿਊਟ ਜਦੋਂ ਕਰਾਂਗਾ ਸਿਰਫ ਉਹ ਵਾਲੇ ਪਾਰਟਿਸਿਪੈਂਟਸ ਜਿਨ੍ਹਾਂ ਨੇ ਕੋਈ ਮੇਰੇ ਕੋਲ ਕੁਐਸਚਨ ਪੁੱਛਣਾ ਆ, ਰਾਈਟ, ਉਹ ਹੀ ਸਿਰਫ ਮੇਰੇ ਕੋਲੋਂ ਆਪਣਾ ਅਨਮਿਊਟ ਕਰਕੇ ਕੁਐਸਚਨ ਪੁੱਛਣਗੇ। ਬਾਕੀ ਸਾਰਿਆਂ ਜਣਿਆਂ ਨੇ ਆਪਣੇ ਆਪ ਨੂੰ ਮਿਊਟ ਰੱਖਣਾ ਹੈ। ਸੋ ਮੈਂ ਸਾਰਿਆਂ ਨੂੰ ਸਾਰੇ ਜਿੱਦਾਂ ਹੀ ਮੈਂ ਅਨਮਿਊਟ ਕਰਦਾ ਸਾਰੇ ਮਿਊਟ ਕਰ ਲਿਓ। ਜਿਹਨੇ ਕੁਐਸਚਨ ਕਰਨਾ ਸਿਰਫ ਉਹ ਹੀ ਆਪਣੇ ਆਪ ਨੂੰ ਅਨਮਿਊਟ ਕਰਕੇ ਇਹਦੇ ਠੀਕ ਹੋਣ ਦਾ ਇੱਕੋ ਹੀ ਹੱਲ ਹੈ, ਇਹਦਾ ਵਿਆਹ ਦੱਸ ਸਕਦੇ ਤੁਹਾਨੂੰ ਕੀ ਤੋਂ ਬਾਅਦ ਆਤਮਾ ਆਪਣੇ ਆਪ ਜੀ ਪੁੱਛੋ ਜੀ, ਕੋਈ ਕੁਐਸਚਨ ਹੈ हेलो सर ਜੀ? सर ਸਾਰੇ ਜਣਿਆਂ ਨੂੰ ਰਿਕੁਐਸਟ ਹੈ, ਸਾਰੇ ਜਣੇ ਆਪਣਾ ਮਿਊਟ ਕਰ ਦੇਣ। ਜਿਹੜਾ ਕੁਐਸਚਨ ਪੁੱਛਦਾ ਪਿਆ ਉਹੀ ਰੱਖੇ। ਸਾਰਾਂ ਦੀ ਬਾਤ ਸੁਣੋ। ਮਿਊਟ ਕਿਵੇਂ ਦੱਸ। ਮਿਊਟ हेलो हेलो हाँ जी हेलो हाँ जी सर बोलो जी। हाँ जी मैं सुखवंत सिंह ट्रैक्टर मकैनिक इंस्ट्रक्टर सर बोलदा बसी पठाना तो जी। जी सर हाँ जी सर नमस्कार जी। थोड़ा बहुत नमस्कार सर जी। बहुत बढ़िया सर, बहुत बढ़िया अपना बहुत इंटरेस्टेड ਜਿਹੜਾ ਲੈਕਚਰ ਸੀਗਾ ਆਪਣਾ। ਜਿਹੜੇ ਬੱਚਿਆਂ ਨੇ ਧਿਆਨ ਨਾਲ ਸੁਣਿਆ ਸਰ ਉਹਨਾਂ ਦੀ ਜ਼ਿੰਦਗੀ ਭਰ ਭੁੱਲ ਨਹੀਂ ਸਕਦੇ। ਮੈਂ ਜਣੀ ਇੱਥੇ ਤੱਕ ਹਾਂਜੀ ਸਰ ਇਹ ਮੈਂ ਕਹਿਣਾ ਚਾਹੁੰਦਾ ਬੱਚਿਆਂ ਨੂੰ ਵੀ ਜਦੋਂ ਵੀ ਸਾਰੇ ਇਹ ਜਿਹਾ ਲੈਕਚਰ ਲੈ ਕੇ ਆਉਂਦੇ ਨੇ ਧਿਆਨ ਨਾਲ ਸੁਣਨ। ਅਸੀਂ ਵੀ ਆਪਣੇ ਸਰ ਦਾ ਇਸ ਤਰ੍ਹਾਂ ਧਿਆਨ ਨਾਲ ਸੁਣਦੇ ਸੀ। ਜੋ ਅਸੀਂ ਅੱਜ ਤੱਕ ਕਿਤਾਬ ਨਹੀਂ ਚੱਕੀ ਦੁਬਾਰੇ, ਅਸੀਂ ਉਵੇਂ ਹੀ ਪੜਾਉਣੇ ਆ। ਸਾਡੇ ਦਿਮਾਗ ਦੇ ਵਿੱਚ ਇੱਕ ਮੈਮਰੀ ਬਣ ਗਈ ਉਹਨਾਂ ਦੀ ਪੜਾਉਣ ਦੀ। ਮੇਰੀ ਬੱਚਿਆਂ ਨੂੰ ਇਹੀ ਬੇਨਤੀ ਹੈ ਜੀ, ਬੱਚਿਆਂ ਨੂੰ ਇਹੀ ਬੇਨਤੀ ਹੈ ਵੀ ਸਾਰੇ ਬੱਚੇ ਆਪਣਾ ਬੈਠਿਆ ਕਰਨ ਧਿਆਨ। जी सर थैंक यू वेरी मच फॉर एंड ठीक है सर। हेलो गुड आफ्टरनून सर। गुड आफ्टरनून सर। आई एम संजय प्रसाद calling from ITI Ranchi. Yes, sir. Sir actually I am instructor of employability skill. काफी informative. हाँ जी प्रसाद जी, हेलो प्रसाद जी, what is your question sir? Sir, very fine lecture you have delivered, sir. Very fine lecture, sir. Actually, Thank you so very much, sir. of employability skills, sir. Thank you very much, sir. Thanks. So nice of you, Hello. sir. Here is your yes sir. I am from Ranchi. Yes, sir, Jharkhand. I will send you the PPT. Your message is here that please Yes, sir. send the PPT. I definitely send you the PPT. Okay, Hello. okay. Thank you, sir. Yes sir. हेलो आई एम राहुलदीप सिंह लुधियाना पंजाब। Sorry from? राहुलदीप सिंह लुधियाना पंजाब। हाँ जी सर राहुल जी बोलिए। सर बहुत ਵਧੀਆ ਲੱਗਿਆ ਕਲਾਸ ਲਾ ਕੇ। ਠੀਕ ਹੈ ਜੀ। Okay, thank you. ਮੈਂ ਸਾਰੇ ਸਟੂਡੈਂਟਸ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਆਪਾਂ ਸਰ ਨੂੰ ਕੋਈ ਸਵਾਲ ਪੁੱਛਦੇ ਆ ਪਲੀਜ਼ ਆਵਾਜ਼ ਨਾ ਕਰਿਆ ਕਰੋ। हाँ थैंक यू बहुत ਵਧੀਆ। ਪਿੱਛੋਂ ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੈ। ਜਿਸ ਤਰ੍ਹਾਂ ਬੱਚੇ ਹੈਂਡ ਰਾਈਜ਼ ਕਰ ਲੈਂਦੇ ਇੱਕ ਮਤਲਬ ਕੋਈ ਕੁਐਸਚਨ ਪੁੱਛਣਾ ਚਾਹੁੰਦਾ ਉਹਨੂੰ ਪਤਾ ਨਹੀਂ ਲੱਗਦਾ। ਹੁਣ ਮੈਂ ਕੁਐਸਚਨ ਪੁੱਛ ਰਿਹਾ ਸੀ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਪਿੱਛੋਂ ਬੱਚੇ ਬਹੁਤ ਆਵਾਜ਼ ਕਰ ਰਹੇ ਸੀ। ਜੀ ਰਾਹੁਲ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ ਦੱਸੋ ਤੁਹਾਡਾ ਕੋਈ ਕੁਐਸਚਨ ਹੈ ਤਾਂ ਮੈਂ ਕਲੀਅਰ ਕਰਾਂਗਾ ਇਹਨੂੰ ਜ਼ਰੂਰ। ਇੱਕ ਆਪਾਂ ਜਿਵੇਂ ਕਹਿੰਦੇ ਆ ਕਿ ਕੁਆਲਿਟੀ ਦੇ ਕਰੈਕਟਰ ਜਿਵੇਂ ਆਪਾਂ ਹੁਣ ਤੁਸੀਂ ਇੱਕ ਦੂਜਾ ਟੌਪਿਕ ਤੇ ਲੈ ਸੀਗੇ ਆਪਾਂ ਮੋਬਾਈਲ ਫਾਈਨੈਂਸ ਕਰਨ ਜਾਂਦੇ ਆ ਜਿਹੜਾ ਦੂਜਾ ਪੇਜ ਸੈਂਡ ਕੀਤਾ ਸੀ ਮਾੜਾ ਮੈਨੂੰ ਉਹਦੇ ਬਾਰੇ ਮਾਰਕੀਟ ਡਿਲੇ ਬਾਰੇ ਐਕਸਪਲੇਨ ਕਰੋਗੇ? ਕਿਹੜੀ ਸਾਈਡ ਕਹਿੰਦੇ ਪਏ ਤੁਸੀਂ? ਜਿਵੇਂ ਤੁਸੀਂ ਸਾਰੇ ਐਕਸਪਲੇਨ ਕੀਤਾ ਸੀਗਾ ਵੀ ਫੀਚਰ ਵਗੈਰਾ ਤੇ ਮੈਂ ਜਿਵੇਂ ਕੋਈ ਮਾਰਕੀਟ ਤੋਂ ਸਰਵਿਸ ਕਰਾਉਣ ਜਾਣਾ ਕਿਸੇ ਚੀਜ਼ ਦੀ। ਹਾਂ ਮੈਨੂੰ ਦੁਬਾਰਾ ਐਕਸਪਲੇਨ ਕਰੋ ਸਰ ਜਰਾ ਉਹ ਸਮਝ ਨਹੀਂ ਮੈਨੂੰ ਲੱਗੀ। ਮੈਂ 2 ਮਿੰਟ ਰੁਕੋ ਮੈਂ ਉਹ ਸਲਾਈਡ ਕਰਦਾ। हो गया राकेश उठ गया। आवाज आ रही बेटा? ओ यार दी निकल भारत होगी माना होगा।
ਹੋਏ ਸਲਾਈਡ ਦੀ ਗੱਲ ਰਾਹੁਲ ਜੀ ਕਰਦੇ ਪਏ ਹੋ? ਹਾਂਜੀ ਹਾਂਜੀ ਆਹੀ ਆ ਜੀ। ਜੀ ਇਹ ਮੈਂ ਦੱਸਦਾ ਪਿਆ ਸੀਗਾ ਵੀ ਜਿਹੜੇ ਕਸਟਮਰ ਜਿਹੜੇ ਮਾਰਕੀਟ ਦੇ ਵਿੱਚੋਂ ਅਸੀਂ ਕੋਈ ਪ੍ਰੋਡਕਟ ਵੇਚਣਾ ਆ ਜਾਂ ਕਸਟਮਰ ਨੇ ਖਰੀਦਣਾ ਹੈ, ਉਹ ਕਿਹੜੀਆਂ ਡਾਇਮੈਂਸ਼ਨਸ ਦਾ ਮਤਲਬ ਹੈ ਕਿਹੜੇ ਪੈਰਾਮੀਟਰਸ ਆਪਣੇ ਮਨ ਦੇ ਵਿੱਚ ਰੱਖਦਾ ਆ, ਕਿਹੜੀਆਂ ਮੈਜਰਮੈਂਟ ਕੁਆਲਿਟੀ ਨੂੰ ਕਿਹੜੇ ਤਰੀਕੇ ਦੇ ਨਾਲ ਕਸਟਮਰ ਨਾਪ ਤੋਲ ਕਰਦਾ ਆ। ਸੋ ਕਈ ਕਸਟਮਰ ਕਹਿੰਦੇ ਆ ਜੀ ਮੈਂ ਉਹ ਪ੍ਰੋਡਕਟ ਲਵਾਂਗਾ ਜਿਹਦੀ ਪਰਫਾਰਮੈਂਸ ਵਧੀਆ ਹੋਵੇ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਂ ਸਮਾਨ ਖਰੀਦ ਲਿਆ ਉਹ ਵਧੀਆ ਚੱਲਣਾ ਚਾਹੀਦਾ, ਪਰਫਾਰਮੈਂਸ ਉਹਦੀ ਬਹੁਤ ਸੋਹਣੀ ਹੋਣੀ ਚਾਹੀਦੀ। ਹਾਂਜੀ 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 ਸਰ। ਕਹਿੰਦੇ ਮੈਂ ਉਹ ਵਾਲਾ ਪ੍ਰੋਡਕਟ ਖਰੀਦਣਾ ਜਿਹਦੇ ਵਿੱਚ ਜ਼ਿਆਦਾ ਫੀਚਰ ਹੋਣ, ਮੈਨੂੰ ਤਾਂ ਉਹੀ ਪ੍ਰੋਡਕਟ ਚਾਹੀਦਾ ਹਨਾ। ਕਈ ਕਹਿੰਦੇ ਨੇ ਰਿਲਾਇਬਿਲਟੀ ਹੋਣੀ ਚਾਹੀਦੀ, ਜਿਹੜਾ ਮੈਂ ਸਮਾਨ ਖਰੀਦ ਲਵਾਂ ਉਹ ਬਾਰ-ਬਾਰ ਖਰਾਬ ਨਾ ਹੋਵੇ, ਰਿਲਾਇਬਲ ਹੋਵੇ, ਬਾਰ-ਬਾਰ ਰੁਕੇ ਨਾ। ਇਹ ਕਹਿੰਦੇ ਨੇ ਡਿਊਰੇਬਿਲਟੀ। Please don't make a noise. ਜੀ ਰਾਹੁਲ ਜੀ ਮੇਰੀ ਗੱਲ ਸੁਣਦੀ ਪਈ ਹੈ ਸਾਰਿਆਂ ਨੂੰ ਮੇਰਾ ਖਿਆਲ। ਸੋ ਕਈ ਕਹਿੰਦੇ ਨੇ ਕਿ ਡਿਊਰੇਬਲ ਚਾਹੀਦਾ ਮੈਨੂੰ, ਠੀਕ ਹੈ। ਕਈ ਕਹਿੰਦੇ ਵੀ ਮੈਨੂੰ ਤਾਂ ਸਮਾਨ ਇਦਾਂ ਦਾ ਚਾਹੀਦਾ ਆ ਜਿਹੜੀ ਆਫਟਰ ਸੇਲ ਸਰਵਿਸ ਜਿਹਦੀ ਬਹੁਤ ਵਧੀਆ ਹੋਵੇ, ਕਿਉਂਕਿ ਬਾਰ-ਬਾਰ ਖਰਾਬ ਹੁੰਦਾ, ਮੈਂ ਇੰਜੀਨੀਅਰ ਨੂੰ ਕਹਾਂ ਉਹ ਆ ਕੇ ਇਮੀਡੀਏਟਲੀ ਠੀਕ ਕਰ ਦੇਵੇ। ਕਈ ਸਿਰਫ ਫੀਚਰ ਇਹ ਰੱਖਦੇ ਦੇ ਵਿੱਚ Please don't make a noise. ਜਿਹਦਾ ਪਹਿਲਾਂ ਹੀ ਰਿਸਪੌਂਸ ਬਹੁਤ ਵਧੀਆ ਆ ਮਾਰਕੀਟ ਦੇ ਵਿੱਚੋਂ, ਉਦਾਂ ਦਾ ਸਮਾਨ ਲੈਣਾ ਕਈ ਪਸੰਦ ਕਰਦੇ ਨੇ। ਕਈ ਕਹਿੰਦੇ ਨੇ ਜੀ ਜਿਹੜਾ ਪਹਿਲਾਂ ਹੀ ਮਾਰਕੀਟ ਦੇ ਵਿੱਚ ਜਿਹੜੇ ਸਮਾਨ ਦਾ ਰੈਪੂਟੇਸ਼ਨ ਬਹੁਤ ਆ ਮੈਂ ਤਾਂ ਉਹੀ ਖਰੀਦੂੰਗਾ। ਕਈ ਬਹੁਤ ਪੈਸਾ ਆ ਕਹਿੰਦੇ ਮੈਂ ਤਾਂ ਆਈਫੋਨ ਹੀ ਖਰੀਦਣਾ ਜੀ, ਮੇਰੇ ਕੋਲ ਤਾਂ ਪੈਸਾ ਬਹੁਤ ਆ, ਰੈਪੂਟੇਸ਼ਨ ਜਿਹੜੇ ਇਹ ਸਾਰੇ ਪੈਰਾਮੀਟਰਸ ਉਹ ਨੇ ਜਿਹਨੇ ਕਸਟਮਰ ਦੇ ਨਾਪਦੰਡ ਹੈ ਕਿ ਕਸਟਮਰ ਕਿਹੜੇ ਤਰੀਕੇ ਦੇ ਨਾਲ ਕੁਆਲਿਟੀ ਨੂੰ ਮੈਜਰ ਕਰਦਾ। ਸੋ ਮੇਰੇ ਹਿਸਾਬ ਨਾਲ ਤੁਹਾਡੀ ਗੱਲ ਜਿਹੜੀ ਹੈਗੀ ਰਾਹੁਲ ਜੀ ਕਲੀਅਰ ਹੋ ਗਿਆ ਹੋਊਗਾ। ਰਾਹੁਲ ਰਾਹੁਲ ਮੇਰੇ ਖਿਆਲ ਤੁਹਾਡੀ ਗੱਲ ਕਲੀਅਰ ਹੋ ਗਈ ਹੋਏਗੀ। ਜੇ ਕੋਈ ओजना प्यार रखना बेस्ट कोड़े अर्सोर्त होते बेस्ट कोड़े पीपीटी अगेन मैं ਤੁਹਾਨੂੰ पीपीटी भेज ਦਾਂਗਾ। शेयर योर नंबर ਤੁਸੀਂ ਸ਼ੇਅਰ ਕਰ ਸਕਦੇ ਹੋ। ਕਿਸੇ ਹੋਰ ਦਾ ਕੁਐਸਚਨ ਹੋਵੇ ਕੋਈ? ਕਿਸੇ ਹੋਰ ਦਾ ਕੋਈ ਕੁਐਸਚਨ ਹੋਵੇ? No, sir. ਮਨਦੀਪ ਕੌਰ ਮਨਦੀਪ ਕੌਰ ਜੀ ਨੇ ਹੈਂਡ ਰੇਜ਼ ਕੀਤਾ ਹੋਇਆ। ਮਨਦੀਪ ਕੌਰ ਦੱਸੋ ਕੀ ਕੁਐਸਚਨ ਹੈ ਜੀ? ਠੀਕ ਹੈ ਜੀ, ਕੋਈ ਮੇਰੇ ਹਿਸਾਬ ਨਾਲ ਕਿਸੇ ਦਾ ਕੁਐਸਚਨ ਨਹੀਂ। ਇਸ ਤੋਂ ਇਲਾਵਾ ਥਰਸਡੇ ਮੇਰੀ ਕਲਾਸ ਦੁਬਾਰਾ ਹੈਗੀ ਹੈ, ਸਾਰੇ ਬੱਚਿਆਂ ਲਈ ਕਰਦਾ ਪਿਆ, ਉਹਦਾ ਟਾਈਮ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰ ਲਿਆ ਜਾਊਗਾ। ਅਗਲੇ 4-5 ਲੈਕਚਰਸ ਦੇ ਵਿੱਚ ਅਸੀਂ ਲਗਭਗ 4 ਲੈਕਚਰ ਮੈਂ ਲੈ ਕੇ ਚੱਲਦਾ ਪਿਆ। ਇਹ ਜਿਹੜਾ ਸਾਡਾ ਚੈਪਟਰ ਚੱਲਦਾ ਪਿਆ ਕੁਆਲਿਟੀ ਮੈਨੇਜਮੈਂਟ ਨੂੰ ਅਗਲੇ 4 ਲੈਕਚਰਸ ਦੇ ਵਿੱਚ ਜਾਂ 3 ਲੈਕਚਰ ਦੇ ਵਿੱਚ ਅਸੀਂ ਪੂਰਾ ਕਰਨਾ ਆ। ਮੋਸਟ ਪ੍ਰੋਬੇਬਲੀ ਨੈਕਸਟ ਜਿਹੜਾ ਮੇਰਾ ਵੀਕ ਹੈਗਾ ਉਹਦੇ ਵਿੱਚ ਮੈਂ ਇਹ ਜਿਹੜਾ ਚੈਪਟਰ ਖਤਮ ਕਰ ਦਾਂਗਾ। ਫਿਰ ਉਸ ਤੋਂ ਬਾਅਦ ਅਗਲਾ ਚੈਪਟਰ ਲੈ ਕੇ ਆਉਂਦੇ ਆ, ਦੇਖਦੇ ਕਿਹੜਾ ਚੈਪਟਰ ਕਰਨਾ ਹੈ। तो सारे बच्चे ਜਿਹੜੇ ਹੈਗੇ ਪਾਰਟਿਸਿਪੈਂਟਸ ਮੇਰੇ ਨਾਲ ਜੁੜੇ ਰਹਿਣ ਤਾਂ Okay, sir. ਇਹ ਚੈਪਟਰ ਜਿਹੜਾ ਆ ਅਸੀਂ ਜਲਦੀ ਤੋਂ ਜਲਦੀ ਖਤਮ ਕਰ ਦਈਏ। ਥੈਂਕ ਯੂ ਵੈਰੀ ਮਚ। ਹੈਲੋ Okay, ਹੈਲੋ ਸਰ। Thank you, sir. ਹੈਲੋ ਜੀ ਬੋਲੋ।